ਜਿਵੇਂ ਚਾਵਲ ਦਾ ਛਿਲਕਾ ਜਿਹੜਾ ਸੜਿਆ ਹੋਇਆ ਹੁੰਦਾ ਜਿਹਨੂੰ ਅਸੀਂ ਰਾਖ ਵੀ ਬੋਲ ਦਿੰਦੇ ਆ। ਇੱਕ ਸਾਡੇ ਕੋਲ ਜਿਵੇਂ ਰੇਤ ਸੀ, ਜਿਵੇਂ ਸਾਨੂੰ ਮਾਰਕੰਡਾ ਨਦੀ ਪੈਂਦੀ ਹੈ ਇਹਦੀ ਰੇਤ। ਤੀਜਾ ਸਾਡੇ ਕੋਲ ਜਿਵੇਂ ਪਸ਼ੂ ਅਸੀਂ ਰੱਖੇ ਹੋਏ ਨੇ, ਇਹਨਾਂ ਦਾ ਜਿਹੜਾ ਗੋਬਰ ਗੈਸ, ਅਸੀਂ ਗੋਬਰ ਗੈਸ ਲਾਇਆ ਹੈ। ਗੋਬਰ ਪਹਿਲਾਂ ਗੋਬਰ ਗੈਸ ਵਿੱਚ ਪ੍ਰੋਸੈਸ ਕਰ ਲਿਆ, ਉਹਨੂੰ ਸੁਕਾ ਕੇ ਰੂਟਾਵੇਟਰ ਨਾਲ ਕ੍ਰਸ਼ ਕਰਕੇ ਉਹਨੂੰ ਝਰਨੇ ਨਾਲ ਛਾਣ ਲੈਂਦੇ ਹਾਂ ਅਸੀਂ। ਬੜਾ ਇੱਕ ਯੂਨੀਕ ਜਿਹਾ ਕਨਸੈਪਟ ਸੀ ਇਹ। ਇਹਨੇ ਸਾਨੂੰ ਕਈ ਅਵਾਰਡ ਵੀ ਇਸ ਚੀਜ਼ ਨੇ ਦਿਵਾਏ ਨੇ। ਇਹਦੇ ਉੱਤੇ ਕਈ ਸਕਸੈਸ ਸਟੋਰੀਆਂ ਵੀ ਚੱਲੀਆਂ ਜੀ। ਇਹਦੇ ਕਈ ਲੈਬਸ ਦੇ ਵਿੱਚ ਟੈਸਟਿੰਗ ਵੀ ਚੱਲੀ ਇਹਦੇ 'ਤੇ ਵੀ ਇਹ ਕੀ ਚੀਜ਼ ਹੈ। ਇਹ ਕਰਦੇ ਹੋਏ ਫਿਰ ਅਸੀਂ 1.5-2 ਸਾਲ ਆਪਣੀ ਰਿਸਰਚ 'ਚ ਲੱਗੇ ਰਹੇ। ਜਦੋਂ ਇਹ ਮੀਡੀਅਮ ਬਣ ਕੇ ਤਿਆਰ ਹੋ ਗਿਆ, ਫਿਰ ਇਹ ਕਿਹੜੇ ਮੌਸਮ ਵਿੱਚ ਕਿਵੇਂ ਰਿਸਪੌਂਡ ਕਰੇਗਾ, ਅਤੇ ਅੱਜ ਬੜਾ ਵਧੀਆ ਚੱਲ ਰਿਹਾ ਜੀ। ਮੈਂ ਜਦੋਂ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ ਤਾਂ ਮੈਂ ਇਮੀਡੀਏਟਲੀ ਖੇਤੀ 'ਚ ਆ ਗਿਆ। ਇਹ ਜਿਹੜਾ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਖੇਤੀ ਘਾਟੇ ਦਾ ਸੌਦਾ ਹੈ, ਇਹਨੂੰ ਮੁਨਾਫੇ ਪਾਸੇ ਲੈ ਕੇ ਜਾਣਾ ਹੈ। ਇੰਗਲੈਂਡ ਦੇ ਵਿੱਚ ਇੰਟਰਨੈਸ਼ਨਲ ਬੀ ਰਿਸਰਚ ਐਸੋਸੀਏਸ਼ਨ ਹੈ, ਮੈਂ ਉਹਦਾ ਮੈਂਬਰ ਵੀ ਰਿਹਾ। ਮੈਂ ਉੱਥੇ ਮੀਟਿੰਗ ਵੀ ਅਟੈਂਡ ਕਰਕੇ ਆਇਆ ਉਹਨਾਂ ਕੋਲ 2004 ਦੇ ਵਿੱਚ। ਜਿਵੇਂ ਸਾਡੇ ਕੋਲ ਮਿਰਚੀ ਦੀ ਨਰਸਰੀ ਹੈ, ਇਹਦੇ 'ਚ ਵੀ ਫਿਰ ਅੱਗੋਂ 40-42 ਵੈਰਾਈਟੀਆਂ ਜੀ। ਕਲਰ ਵਾਈਜ਼ ਕਿਸੇ ਨੂੰ ਮੋਟੀ ਚਾਹੀਦੀ ਹੈ, ਕਿਸੇ ਨੂੰ ਬਰੀਕ ਚਾਹੀਦੀ ਹੈ, ਕਿਸੇ ਨੂੰ ਬਹੁਤ ਹੀ ਜ਼ਿਆਦਾ ਕੌੜੀ ਚਾਹੀਦੀ ਹੈ, ਕਿਸੇ ਨੂੰ ਮੀਡੀਅਮ ਚਾਹੀਦੀ ਹੈ, ਕਿਸੇ ਨੂੰ ਬਿਲਕੁਲ ਲਾਈਟ ਏਜੰਸੀ ਵਾਲੀ ਚਾਹੀਦੀ ਹੈ। ਫਿਰ ਸਾਡੇ ਕੋਲ ਸਾਰੀ ਵੇਲ ਵਾਲੀ ਸਬਜ਼ੀ ਹੁੰਦੀ ਹੈ, ਜਿੰਨੀ ਵੀ ਵੇਲ ਵਾਲੀਆਂ ਸਬਜ਼ੀਆਂ ਨੇ, ਘੀਆ, ਕਰੇਲਾ, ਟਿੰਡਾ, ਖਰਬੂਜਾ, ਤਰਬੂਜ। ਇੱਥੇ 100-150 ਮੋਟਰਸਾਈਕਲ ਤੇ 40-45 ਗੱਡੀਆਂ ਪਰ ਡੇ ਦੀਆਂ। ਤੁਹਾਨੂੰ ਇਹ 2 ਮਹੀਨੇ ਪੂਰਾ ਇੰਨਾ ਸਾਡੇ ਕੋਲ ਰਸ਼ ਰਹਿੰਦਾ ਜੀ। ਕਿਸਾਨ ਦਾ ਦੁਰਭਾਗਿਆ ਇਹ ਵੇ, ਉਹ ਹਮੇਸ਼ਾ ਪਿਛਲੇ ਸਾਲ ਦੇ ਰੇਟ ਨੂੰ ਵੇਖਦਾ ਹੈ, ਜਦਕਿ ਉਹਨੂੰ ਇਹ ਚਾਹੀਦਾ ਹੈ ਵੀ ਉਹਨੂੰ ਮਾਰਕੀਟ ਦਾ ਐਨਾਲਿਸਿਸ ਕਰਨਾ ਚਾਹੀਦਾ ਹੈ। ਜਾਮਨ ਵੀ ਤੁਹਾਡੇ ਕਾਫੀ ਲੱਗੇ ਹੋਏ ਨੇ ਇੱਥੇ। ਤਾਂ ਅਸੀਂ ਸਾਰੇ ਫਲਦਾਰ ਬੂਟੇ ਇੱਥੇ ਲਾਏ ਹੋਏ ਨੇ। ਛਾਂ ਦਾ ਅਸੀਂ ਬੜਾ ਵਧੀਆ ਪ੍ਰੋਗਰਾਮ ਬਣਾਇਆ ਹੋਇਆ ਜੀ। ਅਸੀਂ ਇਸ ਜਾਮਨ ਦੇ ਔਰ ਨਿੰਮ ਦੇ ਫ੍ਰੀ ਆਫ ਕੋਸਟ ਅਸੀਂ ਪੌਦੇ ਤਿਆਰ ਕਰਕੇ ਫ੍ਰੀ ਆਫ ਕੋਸਟ ਜ਼ਿਮੀਂਦਾਰਾਂ ਨੂੰ ਦੇਣੇ ਵੀ ਆ। ਕਿਹੜੇ ਅਵਾਰਡ ਨਾਲ ਤੁਹਾਨੂੰ ਸਨਮਾਨ ਕੀਤਾ? ਮੇਰੇ ਕੋਲ ਨੈਸ਼ਨਲ ਅਵਾਰਡ ਹੈ ਜੀ, NG ਰੰਗਾ ਨੈਸ਼ਨਲ ਅਵਾਰਡ ਹੈ ਮੇਰੇ ਕੋਲ, ਨਰਸਰੀ ਰਤਨ, ਕਿਸਾਨ ਰਤਨ, ਔਰ ਡਿਸਟ੍ਰਿਕਟ ਲੈਵਲ ਦੇ ਤਾਂ ਹੁਣ ਸਾਨੂੰ ਵੀ ਯਾਦ ਨਹੀਂ ਪਈ ਕਿੰਨੇ ਕੁ ਹੋਣਗੇ। ਕੋਚਿੰਗ ਦੀ ਗੱਲ ਕਰਦੇ ਆ ਤਾਂ ਕਿੰਨੇ ਕੁ ਨੌਜਵਾਨ ਸਟੂਡੈਂਟ ਤੁਹਾਡੇ ਕੋਲ ਕੋਚਿੰਗ ਲੈਣ ਲਈ ਆਉਂਦੇ? ਸਾਡਾ ਸੀਜ਼ਨ ਅਕਤੂਬਰ ਤੋਂ ਅਪ੍ਰੈਲ ਤੱਕ ਹੁੰਦਾ ਹੈ, ਤਾਂ ਸਾਡੇ ਕੋਲ ਹਰ ਵੀਕ 2-2 ਬੱਸਿਸ ਆਉਂਦੀਆਂ, ਕਿਉਂਕਿ ਮੇਰਾ ਕਈ ਯੂਨੀਵਰਸਿਟੀਆਂ ਨਾਲ ਵੀ ਔਰ ਕਈ ਕਾਲਜਿਸ ਨਾਲ MOU ਸਾਈਨ ਹੈ। ਸਾਡੇ ਕੋਲ ਅਸੀਂ ਚਾਹੇ ਫਾਰਮਰ ਹੈ ਚਾਹੇ ਸਟੂਡੈਂਟ ਹੈ, ਅਸੀਂ ਕਹਿੰਦੇ ਵੀ ਸਾਡੇ ਕੋਲ ਸਾਰਾ ਦਿਨ ਬਿਤਾਓ ਆ ਕੇ। ਅਸੀਂ ਇੱਕ ਦਿਨ ਦੇ ਵਿੱਚ ਹੀ ਉਹਨੂੰ ਇੰਨਾ ਕੁਛ ਦੱਸ ਦਿੰਦੇ ਹਾਂ ਕਿ ਉਹ ਇੰਨਾ ਹੌਸਲਾ ਉਹਦਾ ਬਣਾ ਦਿੰਦਾ ਕਿ ਉਹ ਆਪਣਾ ਕੰਮ ਕਰ ਸਕੇ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਤੇ ਮੈਂ ਹਰਜੀਤ ਕੌਰ। ਹਰਿਆਣਾ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਹਰਿਆਣੇ ਦੇ ਵਿੱਚ ਐਸੇ ਕਿਸਾਨ ਛੁਪੇ ਹੋਏ ਨੇ ਜਿਹੜੇ ਕਿ ਬਾਖੂਬੀ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਉੱਤਮ ਖੇਤੀ ਮੱਧਮ ਵਪਾਰ, ਤਾਂ ਇਸ ਵਪਾਰ ਦੇ ਨੂੰ ਛੱਡ ਕੇ ਖੇਤੀ ਦੇ ਵਿੱਚ ਮੁਨਾਫਾ ਵੀ ਕਮਾ ਰਹੇ ਨੇ ਤੇ ਨੈਸ਼ਨਲ ਅਵਾਰਡ ਦੇ ਨਾਲ ਵੀ ਸਨਮਾਨ ਕੀਤਾ ਜਾ ਰਿਹਾ। ਇੱਕ ਐਸੇ ਕਿਸਾਨ ਜਿਹੜੇ ਖੇਤੀ ਕਰਨ ਦੇ ਨਾਲ ਨਰਸਰੀ ਦਾ ਵੀ ਕੰਮ ਕਰ ਰਹੇ ਨੇ। ਅਕਸਰ ਸੜਕਾਂ ਤੇ ਤੁਸੀਂ ਦੇਖਦੇ ਹੋਵੋਗੇ ਕਿ ਬਹੁਤ ਨਰਸਰੀਆਂ ਦੇਖਣ ਨੂੰ ਮਿਲਦੀਆਂ ਨੇ, ਪਰ ਇੱਕ ਵੱਖਰੇ ਤਰੀਕੇ ਦੇ ਨਾਲ ਨਰਸਰੀ ਦਾ ਕੰਮ ਕਰ ਰਹੇ ਨੇ। ਆਰਗੈਨਿਕ ਤਰੀਕੇ ਦੇ ਨਾਲ ਹਰ ਇੱਕ ਸਬਜ਼ੀਆਂ ਦੀ ਪੌਦ ਰੱਖੀ ਹੋਈ ਹੈ, ਸਬਜ਼ੀਆਂ ਬੀਜਦੇ ਵੀ ਨੇ ਤੇ ਸਬਜ਼ੀਆਂ ਦਾ ਕੰਮ ਵੀ ਕਰਦੇ ਨੇ। ਗੱਲ ਕਰਾਂਗੇ ਹਰਬੀਰ ਸਿੰਘ ਨਰਸਰੀ ਫਾਰਮ ਵਾਲੇ ਸਾਡੇ ਨਾਲ ਮੌਜੂਦ ਹੈ, ਜਿਹੜੇ ਕਿ ਸ਼ਾਹਬਾਦ ਰੋਡ ਦੇ ਨਾਲ ਹੀ ਉਹਨਾਂ ਦੀ ਨਰਸਰੀ ਪੈਂਦੀ ਹੈ। ਤਾਂ ਇੱਥੋਂ ਤੱਕ ਕਿ ਹਰਿਆਣੇ ਦੇ ਵਿੱਚ ਫੇਮਸ ਪਰਸਨ ਨੇ। ਔਰ ਤੁਸੀਂ ਦੇਖੋ ਕਿ ਜਿਹੜੇ ਖੇਤੀ ਕਰਨ ਲਈ ਬਹੁਤ ਉਤਸਕ ਹੁੰਦੇ ਨੇ, ਨੌਜਵਾਨ ਨੇ, ਜਿਹੜਾ ਕੋਈ ਅਜੇ ਨਹੀਂ ਐਕਸਪੀਰੀਅੰਸ ਹੁੰਦਾ ਖੇਤੀ ਕਰਨ ਦਾ, ਤਾਂ ਉਹਨਾਂ ਨੂੰ ਫ੍ਰੀ ਆਫ ਕੋਸਟ ਕੋਚਿੰਗ ਵੀ ਦਿੰਦੇ ਨੇ। ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਕੋਚਿੰਗ ਦਿੱਤੀ ਹੈ ਤੇ ਇੱਥੇ ਵੀ ਕਈ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਲੈਕਚਰ ਲੱਗਦੇ ਨੇ। ਸਵਾਗਤ ਕਰਦੇ ਹਾਂ ਉਹਨਾਂ ਦਾ ਰੋਜ਼ਾਨਾ ਸਪੋਕਸਮੈਨ ਤੇ ਸਾਡੇ ਨਾਲ ਹਰਬੀਰ ਸਿੰਘ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਬੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹੁੰਦੇ ਹਾਂ ਕਿ ਖੇਤੀ ਤਾਂ ਤੁਸੀਂ ਕਰ ਹੀ ਰਹੇ ਸੀ। ਅਕਸਰ ਅਸੀਂ ਦੇਖਦੇ ਕਿ ਕਿਸਾਨਾਂ ਕੋਲ ਜ਼ਮੀਨ ਹੁੰਦੀ ਆ, ਉਹ ਆਪਣੀ ਖੇਤੀ ਕਰਨ ਲੱਗ ਜਾਂਦੇ ਨੇ, ਪਰ ਤੁਸੀਂ ਵੱਖਰੇ ਤਰੀਕੇ ਦੇ ਨਾਲ ਹੁਣ ਨਰਸਰੀ ਵੀ ਸ਼ੁਰੂ ਕੀਤੀ ਹੋਈ ਆ। ਇੱਧਰ ਰੁਝਾਨ ਕਿਵੇਂ ਪਿਆ ਤੁਹਾਡਾ? ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ ਜੀ ਤਾਂ ਮੈਂ ਇਮੀਡੀਏਟਲੀ ਖੇਤੀ 'ਚ ਆ ਗਿਆ ਜੀ। ਮੈਂ ਉਦੋਂ ਹੀ ਮਨ ਬਣਾ ਲਿਆ ਸੀ ਕਿ ਮੈਂ ਖੇਤੀ ਕਰਨੀ ਹੈ ਔਰ ਵਿਗਿਆਨਿਕ ਤਰੀਕੇ ਨਾਲ ਕਰਨੀ ਹੈ। ਔਰ ਇਹ ਜਿਹੜਾ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਖੇਤੀ ਘਾਟੇ ਦਾ ਸੌਦਾ ਹੈ, ਇਹਨੂੰ ਮੁਨਾਫੇ ਪਾਸੇ ਲੈ ਕੇ ਜਾਣਾ ਹੈ ਜੀ। ਤਾਂ ਸਭ ਤੋਂ ਪਹਿਲਾਂ ਜਦੋਂ ਮੈਂ ਖੇਤੀ ਸ਼ੁਰੂ ਕੀਤੀ, ਮੈਂ ਆਪਣਾ ਜਿਹੜਾ ਖੇਤੀ ਦਾ ਸਫ਼ਰ ਸੀ, ਖੇਤੀ ਦੇ ਨਾਲ ਮੈਂ ਮੱਖੀ ਪਾਲਣ ਤੋਂ ਵੀ ਸ਼ੁਰੂ ਕੀਤਾ ਜੀ। ਓਕੇ। ਮੈਂ ਕਈ ਸਾਲ ਇਹਦੇ 'ਚ ਬੜੀ ਮਿਹਨਤ ਕੀਤੀ। ਇੰਗਲੈਂਡ ਦੇ ਵਿੱਚ ਇੰਟਰਨੈਸ਼ਨਲ ਬੀ ਰਿਸਰਚ
ਐਸੋਸੀਏਸ਼ਨ ਹੈ, ਮੈਂ ਉਹਦਾ ਮੈਂਬਰ ਵੀ ਰਿਹਾ। ਮੈਂ ਉੱਥੇ ਮੀਟਿੰਗ ਵੀ ਅਟੈਂਡ ਕਰਕੇ ਆਇਆ ਉਹਨਾਂ ਕੋਲ 2004 ਦੇ ਵਿੱਚ ਜੀ ਇਹ ਮੈਂ ਖੇਤੀ ਦੇ ਨਾਲ ਇੱਕ ਸਹਾਇਕ ਧੰਦਾ ਅਪਣਾਇਆ ਜੀ, ਜੀ ਜਿਹਨੇ ਮੈਨੂੰ ਬੜੀ ਪਹਿਚਾਣ ਵੀ ਦਿੱਤੀ। ਇਹਦੇ ਤੋਂ ਫਿਰ ਮੈਂ ਜਿਵੇਂ ਖੇਤੀ ਸ਼ੁਰੂ ਕੀਤੀ, ਆਮ ਜਿਵੇਂ ਟ੍ਰੈਡੀਸ਼ਨਲ ਖੇਤੀ ਚੱਲਦੀ ਰਹੀ, ਬਿਲਕੁਲ ਰਵਾਇਤੀ ਫਸਲਾਂ ਜੋ ਬੀਜੀਆਂ ਜਾਂਦੀਆਂ ਨੇ। ਰਵਾਇਤੀ ਖੇਤੀ ਜਿਵੇਂ ਚੱਲਦੀ ਸੀ ਉਵੇਂ ਮੈਂ ਉੱਥੋਂ ਹੀ ਸ਼ੁਰੂ ਕੀਤੀ, ਆਪਣੀ ਸ਼ੁਰੂਆਤ ਕੀਤੀ। ਹੂੰ ਉੱਥੋਂ ਸ਼ੁਰੂਆਤ ਕਰਨੀ ਕਿਉਂ ਜ਼ਰੂਰੀ ਸੀ? ਕਿਉਂਕਿ ਇੱਕ ਤਾਂ ਮੈਨੂੰ ਕਲਾਈਮੇਟ ਨੂੰ ਸਮਝਣਾ ਸੀ, ਜੀ ਕਿਉਂਕਿ ਮੈਂ ਐਜੂਕੇਸ਼ਨ ਤੋਂ ਬਾਅਦ ਇੱਕਦਮ ਹੀ ਖੇਤੀ 'ਚ ਆਇਆ ਸੀ। ਹੂੰ ਜ਼ਮੀਨ ਦੇ ਟੈਕਸਚਰ ਨੂੰ ਸਮਝਣਾ ਸੀ, ਜੀ ਇਹ ਕਿਵੇਂ ਰਿਸਪੌਂਸ ਕਰਦੀ ਏ। ਜੀ ਤਾਂ 2-3 ਸਾਲ ਗੁਜ਼ਾਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਵੀ ਇਹ ਖੇਤੀ ਘਾਟੇ ਦਾ ਸੌਦਾ ਹੈ। ਘਾਟੇ ਦਾ ਸੌਦਾ, ਮਤਲਬ ਕਿ ਇਹ ਚੀਜ਼ ਨੂੰ ਜਿਵੇਂ ਵਾਚ ਸਾਡੇ- ਕਰਨ ਦੇ ਲਈ ਤੁਸੀਂ ਖੇਤੀ ਦੇ ਵਿੱਚ ਜਿਵੇਂ ਬਜ਼ੁਰਗ ਕਰਦੇ ਆਏ ਸਨ ਹੂੰ ਉਹ ਸ਼ੁਰੂਆਤ ਉਵੇਂ ਕੀਤੀ। ਜੀ ਦੂਜਾ ਐਵੇਂ ਸੀ ਵੀ ਕਿਸਾਨ ਆਪਣੇ ਪੜੋਸੀ ਤੋਂ ਜ਼ਿਆਦਾ ਸਿੱਖਦਾ ਹੈ। ਹੂੰ ਪੜੋਸੀ ਵੀ ਉਵੇਂ ਹੀ ਖੇਤੀ ਕਰਦੇ ਸਨ, ਜੀ ਫਸਲ ਮਾੜੀ ਰਹਿ ਜਾਣੀ ਉਹਨਾਂ ਕਹਿਣਾ ਖਾਦ ਪਾ ਦੇ, ਤਜਰਬਾ ਹੈ ਨਹੀਂ ਸੀ। ਹੂੰ ਤਾਂ ਫਿਰ ਮਹਿਸੂਸ ਇਹ ਕੀਤਾ ਵੀ ਖੇਤੀ ਨੂੰ ਵਿਗਿਆਨਿਕ ਤਰੀਕੇ ਨਾਲ ਕੀਤੀ ਜਾਏ। ਹੂੰ ਘਾਟੇ ਤੋਂ ਬਾਅਦ 2-3 ਸਾਲ ਜਦੋਂ ਮੈਨੂੰ ਮਹਿਸੂਸ ਹੋਇਆ ਵੀ ਇਹ ਘਾਟੇ ਵੱਲ ਜਾ ਰਿਹਾ ਸੌਦਾ, ਬਿਲਕੁਲ ਫਿਰ ਮੇਰਾ ਵਿਚਾਰ ਇਹ ਹੋਇਆ ਵੀ ਇਸ ਲਾਈਨ ਨੂੰ ਛੱਡ ਕੇ ਸਬਜ਼ੀਆਂ ਦੇ ਪਾਸੇ ਆਇਆ ਜਾਏ। ਜੀ ਤਾਂ ਸਬਜ਼ੀਆਂ ਦੇ ਵਿੱਚ ਫਿਰ ਮੈਂ ਨਰਸਰੀ ਪਾਸੇ ਆਇਆ। ਪਹਿਲਾਂ ਤਾਂ ਇਹ ਮਹਿਸੂਸ ਬਾਹਰੋਂ ਨਰਸਰੀ ਲਿਆਂਦੇ ਸੀ, ਉਹ ਐਡਾ ਵਧੀਆ ਮਾਰਕੀਟ 'ਚ ਉਹਦਾ ਰੇਟ ਨਹੀਂ ਸੀ ਮਿਲਦਾ। ਜਦੋਂ ਉਹਦਾ ਪ੍ਰੋਡਿਊਸ ਆਉਂਦਾ ਸੀ ਅਸੀਂ ਮਾਰਕੀਟ 'ਚ ਲੈ ਕੇ ਜਾਂਦੇ ਸੀ, ਹੂੰ ਕਿਉਂਕਿ ਕੋਈ ਵੀ ਫਸਲ ਅਸੀਂ ਬੀਜਨੇ ਆ 2-3 ਜਾਂ 4 ਮਹੀਨੇ ਬਾਅਦ ਉਹਦਾ ਰਿਜ਼ਲਟ ਆਉਣਾ ਹੁੰਦਾ ਹੈ। ਮੰਡੀ 'ਚ ਉਸ ਪ੍ਰੋਡਿਊਸ ਦੀ ਸਾਡੀ ਮੰਗ ਨਹੀਂ ਸੀ ਹੁੰਦੀ। ਫਿਰ ਮਹਿਸੂਸ ਕੀਤਾ ਜਾਏ ਕਿ ਆਪ ਹੀ ਨਰਸਰੀ ਸ਼ੁਰੂ ਕੀਤੀ ਜਾਏ ਅਤੇ ਦੂਜੇ ਕਿਸਾਨਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਏ। ਤਾਂ ਫਿਰ ਮੈਂ 2004 ਦੇ ਵਿੱਚ ਜੀ ਨਰਸਰੀ ਦੇ ਧੰਦੇ 'ਚ ਆਇਆ। ਜੀ ਬੜੇ ਇੱਕ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਮੈਂ, ਹੂੰ 2 ਕਨਾਲ ਤੋਂ ਸ਼ੁਰੂ ਕੀਤਾ। ਇਹ ਕਿਹਾ ਜਾਂਦਾ ਕਿ ਜਦੋਂ ਕਈ ਵਾਰ ਨਰਸਰੀ ਦੇਖਣ ਹੀ ਜਾਂਦੇ ਸੀ ਤਾਂ ਕੋਈ ਇਹ ਵੀ ਕਹਿੰਦਾ ਸੀਗਾ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ ਨਰਸਰੀ 'ਚ ਬੀ ਕਿਵੇਂ ਦੇ ਹੁੰਦੀ ਹੈ, ਕੀ ਚੀਜ਼ ਹੁੰਦੀ ਹੈ। ਨਰਸਰੀ ਦਾ ਸਾਨੂੰ ਸ਼ੌਂਕ ਜਦੋਂ ਲੱਗਾ, ਜਾਂ ਇਹ ਸਮਝ ਲਓ ਵੀ ਗੁਰੂ ਸਾਹਿਬ ਦਾ ਇੱਕ ਸ਼ੇਰ ਹੈ, ਜਬੇ ਬਾਣ ਲੱਗ ਪਏ ਤਵੇ ਰੋਸ਼ ਜਾਗੇ। ਹੂੰ ਤਾਂ ਸਾਨੂੰ ਵੀ ਐਵੇਂ ਦੀ ਇੱਕ ਚੋਟ ਵੱਜੀ। ਅਸੀਂ ਜੀ ਕਿਸ ਤਰ੍ਹਾਂ ਦੀ ਚੋਟ, ਮਤਲਬ ਕਿ ਹੁਣ ਸ਼ੇਅਰ ਜ਼ਰੂਰ ਕਰਿਓ ਸਾਡੇ ਨਾਲ। ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਨਰਸਰੀ ਅਸੀਂ ਜਦੋਂ ਵੈਜੀਟੇਬਲ ਪਾਸੇ ਆਏ ਜੀ ਤਾਂ ਸਾਨੂੰ ਪਤਾ ਲੱਗਾ ਵੀ ਜਲੰਧਰ ਦੇ ਵਿੱਚ, ਜਲੰਧਰ ਤੋਂ ਇੱਕ ਪਠਾਨਕੋਟ ਰੋਡ ਦੇ ਉੱਤੇ ਇੱਕ ਪਿੰਡ ਹੈ ਕਾਲਾ ਬੱਕਰਾ, ਜੀ ਉੱਥੇ ਪੈਪਸੀ ਵਾਲਿਆਂ ਦਾ ਪਲਾਂਟ ਹੈ, ਉਹ ਨਰਸਰੀ ਦਿੰਦੇ ਨੇ। ਹੂੰ ਤੇ ਅਸੀਂ ਲੈਣ ਚਲੇ ਗਏ। ਉਹਨਾਂ ਦਿਨਾਂ 'ਚ ਨਾ ਪੈਸਾ ਹੋਇਆ ਕਰਦਾ ਸੀ ਤੇ ਨਾ ਕੋਈ ਗੱਡੀਆਂ ਹੋਇਆ ਕਰਦੀਆਂ ਸੀ। ਚਲੋ ਬਾਏ ਬੱਸ ਅਸੀਂ ਉੱਥੇ ਚਲੇ ਗਏ। ਤਾਂ ਇੱਥੋਂ 250 ਕਿਲੋਮੀਟਰ ਪੈਂਦਾ ਜੀ ਸਾਡੇ ਇੱਥੋਂ। ਹੂੰ ਤੇ ਉੱਥੇ ਗਏ ਜੀ, ਉਹ ਕਹਿੰਦੇ ਜੀ ਅਸੀਂ ਤਾਂ ਬੁਕਿੰਗ ਤੋਂ ਬਗੈਰ ਤਾਂ ਨਰਸਰੀ ਦਿੰਦੇ ਹੀ ਨਹੀਂ, ਤੁਸੀਂ ਬੁਕਿੰਗ ਕਰਾਈ ਨਹੀਂ, ਅਸੀਂ ਤੁਹਾਨੂੰ ਨਰਸਰੀ ਨਹੀਂ ਦੇ ਸਕਦੇ। ਓਕੇ ਮੈਂ ਬੜੀ ਉਹਨਾਂ ਦੀ ਮਿੰਨਤਾਂ ਮੁੰਤਾਂ ਕੀਤੀਆਂ ਜੀ, ਮੈਂ ਕੁਰੂਕਸ਼ੇਤਰ ਤੋਂ ਆਇਆ। ਹਾਂ ਹਾਂ ਤਾਂ ਉਹ ਮੰਨੇ ਨਹੀਂ ਜੀ, ਜੀ ਉਹ ਕਹਿੰਦੇ ਨਹੀਂ ਜੀ ਅਸੀਂ ਬੁਕਿੰਗ ਤੋਂ ਬਗੈਰ ਤਾਂ ਦੇ ਹੀ ਨਹੀਂ ਸਕਦੇ। ਤਾਂ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਚਲੋ ਇੱਥੋਂ ਤੱਕ ਆ ਗਿਆ, ਮੈਨੂੰ ਆਪਣਾ ਅੰਦਰ ਸਿਸਟਮ ਤਾਂ ਵੇਖ ਲੈਂਦੇ। ਉਹ ਕਹਿੰਦਾ ਨਹੀਂ ਜੀ ਅੰਦਰ ਤਾਂ ਬੰਦਾ ਹੀ ਅਲਾਊਡ ਨਹੀਂ ਹੈਗਾ। ਬੜਾ ਇੱਕ ਨਿਰਾਸ਼ਾ ਹੋਈ ਹੂੰ ਬਈ, ਕਿਉਂਕਿ ਸਾਨੂੰ ਵੀ ਉਦੋਂ ਸਿੱਖਣ ਦੀ ਜ਼ਿਆਦਾ ਰਹਿੰਦੀ ਸੀ ਬਈ ਕਿਤੇ ਕੋਈ ਨਵੀਂ ਚੀਜ਼ ਵੇਖੀਏ, ਉਹਨੂੰ ਸਿੱਖੀਏ ਅਸੀਂ। ਚਲੋ ਜੀ ਉਹਨਾਂ ਅੰਦਰ ਨਹੀਂ ਆਉਣ ਦਿੱਤਾ। ਨਾਲ ਹੀ ਨਵਾਂ ਸ਼ਹਿਰ ਹੈ, ਉੱਥੇ ਮੇਰੇ ਮਾਮੇ ਨੇ, ਮੈਂ ਰਾਤ ਉਹਨਾਂ ਕੋਲ ਰੁਕਿਆ। ਮਾਮੇ ਦੇ ਬੇਟੇ ਨਾਲ ਗੱਲ ਕੀਤੀ ਵੀ ਆ ਇਸ ਕੰਮ ਨੂੰ ਆਇਆ ਸੀ ਅਤੇ ਉਹਨਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਨਾ ਨਰਸਰੀ ਦਿੱਤੀ। ਤਾਂ ਸ਼ਾਇਦ ਇਹ ਸਮਝ ਲਓ ਵੀ ਮੇਰੀ ਕਿਸਮਤ ਵਧੀਆ ਸੀ। ਮਾਮਾ ਜੀ ਦੇ ਬੇਟੇ ਦਾ ਜਿਹੜਾ ਸੀ ਉਹ ਸਰਪੰਚ ਉੱਥੋਂ ਦਾ, ਉਸ ਪਿੰਡ ਦਾ, ਉਹਦਾ ਯਾਰ ਦੋਸਤ ਸੀ। ਉਹਦੇ ਨਾਲ ਗੱਲ ਕੀਤੀ ਰਾਤ ਨੂੰ ਫੋਨ ਦੇ ਉੱਤੇ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਸਵੇਰੇ ਆ ਜਾਓ, ਤੁਹਾਨੂੰ ਅਸੀਂ ਨਰਸਰੀ ਦਵਾ ਦਿਆਂਗੇ। ਮੈਂ ਸਵੇਰੇ ਚਲਾ ਗਿਆ ਜੀ ਉਹਨਾਂ ਕੋਲੋਂ। ਪਰ ਅਗਲੇ ਦਿਨ ਮੈਨੂੰ ਨਰਸਰੀ ਨਾਲੋਂ ਜ਼ਿਆਦਾ ਜੀ ਇਸ ਗੱਲ ਦੀ ਸੀ ਕਿ ਮੈਨੂੰ ਇੱਕ ਵਾਰੀ ਅੰਦਰ ਸਿਸਟਮ ਵਿਖਵਾ ਦਿਓ, ਨਰਸਰੀ ਮੈਨੂੰ ਦਿਓ ਜਾਂ ਨਾ ਦਿਓ, ਦਵਾਓ ਜਾਂ ਨਾ ਦਵਾਓ, ਜੀ ਮੈਨੂੰ ਇੱਕ ਵਾਰ ਅੰਦਰ ਸਿਸਟਮ ਦਿਖਾ ਦਿਓ। ਮੈਂ ਅੰਦਰ ਗਿਆ ਜੀ, ਖੈਰ ਉਹਨਾਂ ਮੈਨੂੰ ਨਰਸਰੀ ਵੀ ਦਵਾਈ, ਸਿਸਟਮ ਵੀ ਵਿਖਾਇਆ। ਸਿਸਟਮ ਦੇ ਵਿੱਚ ਵੀ ਉਹਨਾਂ ਆਪਣੀ ਲੇਬਰ ਇੰਨੀ ਪੱਕੀ ਕੀਤੀ ਹੋਈ ਸੀ। ਮੈਂ ਕੋਈ ਉਹਨਾਂ ਦੇ ਲੇਬਰ ਤੋਂ ਪੁੱਛਦਾ ਸੀ ਵੀ ਆਹ ਚੀਜ਼ ਕਿਵੇਂ ਲਾਈ ਹੈ ਤੁਸੀਂ? ਉਹ ਕਹਿੰਦਾ ਜੀ ਉਹ ਸਾਡੇ ਸਾਹਿਬ ਬੈਠੇ ਨੇ, ਉਹਨਾਂ ਨਾਲ ਗੱਲ ਕਰੋ। ਮਤਲਬ ਲੇਬਰ ਵੀ ਇੰਨੀ ਪੱਕੀ ਕੀਤੀ ਹੋਈ ਸੀ, ਕਿਸੇ ਨੂੰ ਕੋਈ ਆਪਣਾ ਕਹਿ ਸਕਦੇ ਆ, ਕੋਈ ਆਪਣਾ ਰਾਜ ਦੱਸਦਾ ਹੀ ਨਹੀਂ ਸੀ, ਨੁਕਤਾ ਦੱਸਦਾ ਹੀ ਨਹੀਂ ਸੀ। ਜੀ ਉਸ ਟਾਈਮ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਹੂੰ ਵੀ ਇਹਨਾਂ ਦੇ ਪੈਰਲਰ ਇੱਕ ਸਿਸਟਮ ਖੜਾ ਕਰਨਾ ਹੈ, ਜੀ ਔਰ ਸਿਸਟਮ ਖੜਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਵੀ ਐਜੂਕੇਟ ਕਰਨਾ ਹੈ। ਜਿਹੜੀ ਯੰਗ ਜਨਰੇਸ਼ਨ ਇਸ ਨਰਸਰੀ ਜਾ ਰਹੀ ਹੈ, ਜੋ ਮੈਂ ਆਪਣੀ ਸਮੱਸਿਆਵਾਂ ਫੇਸ ਕੀਤੀਆਂ ਉੱਥੇ ਜਾ ਕੇ, ਉਹਨਾਂ ਨੂੰ ਇਹ ਦਿੱਕਤ ਨਾ ਆਏ। ਅੱਜ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਸਟੂਡੈਂਟਸ ਨੂੰ। ਜਿਹੜਾ ਨਵਾਂ ਯੰਗ ਬੰਦਾ ਕੋਈ ਜਾਂ ਕੋਈ ਫੋਰਨ ਤੋਂ ਆਏ ਜਾਂ ਕੋਈ ਇਮੀਡੀਏਟ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਅਗਰ ਖੇਤੀ ਜਾਂਦਾ ਹੈ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਵੀ ਜੋ ਚੀਜ਼ ਮੈਂ ਫੇਸ ਕੀਤੀ ਹੈ, ਤੁਹਾਨੂੰ ਉਹ ਅਸੀਂ ਦਿੱਕਤ ਨਹੀਂ ਆਉਣ ਦਿਆਂਗੇ। ਉੱਥੋਂ ਹੀ ਦਿਮਾਗ ਜੀ ਜੀ ਉਸ ਫਾਰਮ ਤੋਂ ਹੀ, ਜਦੋਂ ਉਹਨਾਂ ਦੇ ਅਸੀਂ ਫਾਰਮ ਤੋਂ ਮੈਂ ਬਾਹਰ ਨਿਕਲਿਆ, ਦਿਮਾਗ 'ਚ 2 ਗੱਲਾਂ ਸੀ। ਇੱਕ ਤਾਂ ਇਹਨਾਂ ਦੇ ਅੰਗੇਂਸਟ ਆਪਣਾ ਇੱਕ ਪੈਰਲਲ ਸਿਸਟਮ ਖੜਾ ਕਰਨਾ ਹੈ, ਇਹਨਾਂ ਤੋਂ ਬੈਟਰ ਕਰਨਾ ਹੈ, ਔਰ ਦੂਜਾ ਕੀ ਲੋਕਾਂ ਨੂੰ ਐਜੂਕੇਟ ਇਹ ਕਰਨਾ ਹੈ। ਸੋਚ ਕੇ ਤਾਂ ਆ ਗਏ, ਪਰ ਇਹ ਨਹੀਂ ਸੋਚਿਆ ਵੀ ਕਰਾਂਗਾ ਕਿਵੇਂ। ਇਹ ਇੱਕ ਬੜਾ ਇੱਕ ਚੈਲੰਜ ਵਾਲਾ ਕੰਮ ਸੀ। ਜੀ
ਇਹ ਵੀ ਕਹਿੰਦੇ ਨੇ ਵੀ ਗੁਰੂ ਗੁਰੂ ਬਗੈਰ ਪਤ ਨਹੀਂ। ਬਿਲਕੁਲ ਆ ਕੇ ਸਾਇੰਟਿਸਟਾਂ ਨੂੰ ਮਿਲਿਆ ਮੈਂ, ਜੀ। ਪਰ ਮੈਨੂੰ ਕੋਈ ਖਾਸ ਉਹਨਾਂ ਤੋਂ ਰਿਸਪੌਂਸ ਨਹੀਂ ਮਿਲਿਆ। ਫਿਰ ਇੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਡਾਕਟਰ ਲਾਠਰ ਜੀ ਨੇ, ਅੱਜ ਕੱਲ੍ਹ ਉਹ ਰਿਟਾਇਰ ਨੇ, ਕਿਸੇ ਟਾਈਮ ਇੰਡੋ ਅਮਰੀਕਨ ਕੰਪਨੀ 'ਚ ਹੋਇਆ ਕਰਦੇ ਸਨ ਉਹ, ਅਤੇ ਉਹ ਮੇਰੇ ਸੰਪਰਕ 'ਚ ਆਏ। ਉਹਨਾਂ ਨਾਲ ਫਿਰ ਮੈਂ ਡਿਸਕਸ ਕਰਦਾ ਸੀ ਇਹਨਾਂ ਕਿਉਂਕਿ ਉਹ ਕਈ ਗੌਰਮੈਂਟਸ ਦੇ ਟ੍ਰੇਨਰ ਵੀ ਰਹੇ ਨੇ, ਓਕੇ ਤਾਂ ਮੈਂ ਉਹਨਾਂ ਨਾਲ ਕੁਝ ਡਿਸਕਸ ਕਰਦਾ ਸੀ। ਫਿਰ ਅਸੀਂ ਮੈਂ ਫਿਰ ਇੱਕ ਨਵਾਂ ਪਲਾਨ ਬਣਾਇਆ ਕਿ ਜਿਹੜੀ ਨਰਸਰੀ ਅਸੀਂ ਜਰਮੀਨੇਟ ਕਰਾਉਂਦੇ ਹਾਂ। ਹੁਣ ਸਾਇੰਟਿਸਟ ਇਹ ਕਹਿੰਦੇ ਸੀ ਸਾਡੀ ਮਿੱਟੀ ਖਰਾਬ ਹੋ ਚੁੱਕੀ ਹੈ, ਇਹਦੇ 'ਚ ਵਾਇਰਸ ਆ ਗਿਆ, ਇਹਦੇ 'ਚ ਫੰਗਸ ਬੜੀ ਕ੍ਰੀਏਟ ਹੋ ਗਈ ਹੈ। ਸਾਨੂੰ ਇਹ ਸੀ ਵੀ ਇੱਕ ਜ਼ਮੀਨ ਦੇ ਉੱਤੇ ਤਾਂ ਨਰਸਰੀ ਉਗਾਈ ਜਾਏ ਪਰ ਫੰਗਸ ਫਰੀ ਹੋਏ। ਅਸੀਂ ਇੱਕ ਆਪਣਾ ਮੀਡੀਅਮ ਬਣਾਇਆ, 3 ਚੀਜ਼ਾਂ ਦਾ ਅਸੀਂ ਮਿਕਸਚਰ ਫੜਿਆ। ਉਹ ਮਿਕਸਚਰ ਅਸੀਂ ਫੜਿਆ ਜਿਹੜਾ ਕਿ ਮਾਰਕੀਟ ਦੇ ਵਿੱਚ ਈਜ਼ੀ ਅਵੇਲੇਬਲ ਸੀ, ਫ੍ਰੀ ਆਫ ਕੋਸਟ ਸੀ। ਅਸੀਂ ਉਹਨੂੰ ਫੜਿਆ ਕਿਉਂਕਿ ਅਸੀਂ ਉਹਦੀ ਕੋਸਟ ਵੀ ਘਟਾਉਣੀ ਸੀ। ਉਹ 3 ਚੀਜ਼ਾਂ ਸਨ। ਇੱਕ ਜਿਵੇਂ ਚਾਵਲ ਦਾ ਛਿਲਕਾ ਜਿਹੜਾ ਸੜਿਆ ਹੋਇਆ ਹੁੰਦਾ, ਜਿਹਨੂੰ ਅਸੀਂ ਰਾਖ ਵੀ ਬੋਲ ਦਿੰਦੇ ਹਾਂ, ਇੱਕ ਫੱਕ ਵੀ ਬੋਲ ਦਿੰਦੇ ਹਾਂ, ਇੱਕ ਉਹ ਸੀ। ਇੱਕ ਸਾਡੇ ਕੋਲ ਜਿਵੇਂ ਰੇਤ ਸੀ, ਜਿਵੇਂ ਸਾਨੂੰ ਮਾਰਕੰਡਾ ਨਦੀ ਪੈਂਦੀ ਹੈ ਇਹਦੀ ਰੇਤ। ਤੀਜਾ ਸਾਡੇ ਕੋਲ ਜਿਵੇਂ ਪਸ਼ੂ ਅਸੀਂ ਰੱਖੇ ਹੋਏ ਨੇ, ਇਹਨਾਂ ਦਾ ਜਿਹੜਾ ਗੋਬਰ ਗੈਸ ਲਾਇਆ ਹੈ। ਪਹਿਲਾਂ ਗੋਬਰ ਗੈਸ 'ਚੋਂ ਪ੍ਰੋਸੈਸ ਕਰਦੇ ਹਾਂ, ਉਹਨੂੰ ਸੁਕਾ ਕੇ ਰੂਟਾਵੇਟਰ ਨਾਲ ਕ੍ਰਸ਼ ਕਰਕੇ ਉਹਨੂੰ ਝਰਨੇ ਨਾਲ ਛਾਣ ਲੈਂਦੇ ਹਾਂ ਅਸੀਂ। ਇਹ 3 ਚੀਜ਼ਾਂ ਅਸੀਂ ਨੁਸਖੇ ਨਾਲ ਹੀ ਫਿਰ ਕਹਿ ਸਕਦੇ ਖਾਦ ਵੀ ਤਿਆਰ ਕਰਦੇ। 3 ਚੀਜ਼ਾਂ ਅਸੀਂ ਲੈ ਕੇ ਇੱਕ ਆਪਣਾ ਮੀਡੀਅਮ ਬਣਾਇਆ। ਅਸੀਂ ਉਹ ਬੈੱਡ ਬਣਾਉਣ ਤੋਂ ਬਾਅਦ ਉਹਦੇ 'ਤੇ 2.5 ਤੋਂ 3 ਇੰਚ ਦੀ ਇੱਕ ਲੇਅਰ ਦੇ ਕੇ ਅਸੀਂ ਨਰਸਰੀ ਉਹਦੇ ਜਰਮੀਨੇਟ ਕਰਾਉਂਦੇ ਹਾਂ। ਉਹ ਇੱਕ ਬੜਾ ਯੂਨੀਕ ਜਿਹਾ ਕੰਸੈਪਟ ਸੀ ਇਹ। ਇਹਨੇ ਸਾਨੂੰ ਕਈ ਅਵਾਰਡ ਵੀ ਇਸ ਚੀਜ਼ ਨੇ ਦਿਵਾਏ ਨੇ। ICR ਜਿਹਦੇ ਅੰਡਰ ਆਪਣੀਆਂ ਇੰਡੀਆ ਦੀ ਸਾਰੀ ਐਗਰੀਕਲਚਰ ਯੂਨੀਵਰਸਿਟੀਆਂ ਆਉਂਦੀਆਂ, ਉੱਥੋਂ ਮੇਰੇ ਆਰਟੀਕਲ ਵੀ ਆਉਂਦੇ ਰਹਿੰਦੇ ਨੇ। ਇਹਦੇ ਉੱਤੇ ਕਈ ਸਕਸੈਸ ਸਟੋਰੀਆਂ ਵੀ ਚੱਲੀਆਂ ਜੀ। ਇਹਦੇ ਕਈ ਲੈਬਸ ਦੇ ਵਿੱਚ ਟੈਸਟਿੰਗ ਵੀ ਚੱਲੀ ਇਹਦੇ 'ਤੇ ਵੀ ਇਹ ਕੀ ਚੀਜ਼ ਹੈ। ਇੱਕ ਬੜੀ ਯੂਨੀਕ ਚੀਜ਼ ਸੀ, ਨਾ ਤਾਂ ਕਿਸੇ ਸਾਇੰਸ ਦੀ ਕਿਤਾਬ ਵਿੱਚ ਸੀ ਇਹ, ਪਰ ਇਸ ਰੇਸ਼ੋ ਨੂੰ ਇਹ 3 ਚੀਜ਼ਾਂ ਦੇ ਵਿੱਚ ਕਿਹੜੀ ਚੀਜ਼ ਕਿੰਨੀ ਰੇਸ਼ੋ 'ਚ ਹੋਣੀ ਚਾਹੀਦੀ ਹੈ, ਇਹਨੂੰ ਸੈੱਟ ਕਰਨ ਲੱਗਿਆ ਸਾਨੂੰ ਕਾਫੀ ਟਾਈਮ। ਤੁਹਾਡਾ ਪਰਸਨਲ ਸੀਗਾ? ਇਹ ਪਰਸਨਲ ਸੀ। ਫਿਰ ਇਸ ਰੇਸ਼ੋ ਨੂੰ ਸੈੱਟ ਕਰਨ ਲੱਗਿਆ ਸਾਨੂੰ ਬੜਾ ਟਾਈਮ ਲੱਗਾ ਜੀ, ਕਿਹੜੀ ਚੀਜ਼ ਕਿਹੜੀ ਰੇਸ਼ੋ 'ਚ ਹੋਣੀ ਚਾਹੀਦੀ ਹੈ। ਫਿਰ ਵੀ ਜਿਸ ਚੀਜ਼ ਦੇ ਮਾਹਰ ਨਾ ਹੋਣਾ, ਉਸ ਨੂੰ ਤਿਆਰ ਕਰਨ ਲਈ ਆਪਣੇ ਆਪ ਹੀ ਕੋਸ਼ਿਸ਼ ਕਰ ਦੇਣੀ, ਕਿਵੇਂ ਮਨ ਦੇ ਵਿੱਚ ਇਹ ਆਇਆ? ਇਹ ਮਨ ਦੇ ਵਿੱਚ ਇਹ ਆਇਆ ਕਿ ਇਹ ਜਿੰਨੀਆਂ ਵੀ ਸਰਕਾਰੀ ਨਰਸਰੀਆਂ ਨੇ ਜਾਂ ਜਿੰਨੀਆਂ ਵੀ ਆ ਪ੍ਰਾਈਵੇਟ ਨਰਸਰੀਆਂ, ਜਿਵੇਂ ਕਿ ਪੈਪਸੀ ਵਾਲਿਆਂ ਜਿਨ੍ਹਾਂ ਕੋਲ ਮੈਂ ਗਿਆ ਸੀ, ਵੀ ਇਹਨਾਂ ਤੋਂ ਵੀ ਵਧੀਆ ਸਿਸਟਮ ਅਸੀਂ ਇੱਕ ਖੜਾ ਕਰਨਾ ਹੈ, ਨਰਸਰੀ ਦੀ ਕੁਆਲਿਟੀ ਵਧੀਆ ਕਰਨੀ ਹੈ। ਇਹ ਕਰਦੇ ਹੋਏ ਫਿਰ ਅਸੀਂ 1.5-2 ਸਾਲ ਆਪਣੀ ਰਿਸਰਚ 'ਚ ਲੱਗੇ ਰਹੇ ਜੀ। ਇਹ 2 ਸਾਲ ਰਿਸਰਚ ਤੋਂ ਬਾਅਦ ਜਦੋਂ ਇਹ ਮੀਡੀਅਮ ਬਣ ਕੇ ਤਿਆਰ ਹੋ ਗਿਆ, ਫਿਰ ਇਹ ਕਿਹੜੇ ਮੌਸਮ ਵਿੱਚ ਕਿਵੇਂ ਰਿਸਪੌਂਡ ਕਰੇਗਾ, ਫਿਰ ਅਸੀਂ ਇਹਦੇ 'ਤੇ ਲੱਗੇ। ਸਾਨੂੰ 3 ਸਾਲ ਇਹ ਸੈੱਟ ਕਰਨ ਦੇ ਵਿੱਚ ਲੱਗੇ ਵੀ ਕਿਹੜੇ ਮੌਸਮ ਦੇ ਵਿੱਚ ਕਿਵੇਂ ਰਿਸਪੌਂਡ ਕਰੇਗਾ, ਕਿਹੜੀ ਕ੍ਰੋਪ 'ਤੇ ਕਿਵੇਂ ਕਰੇਗਾ, ਕਿਹਦੀ ਰੇਸ਼ੋ ਘਟਾਉਣੀ ਹੈ, ਇਹਦੀ ਵਧਾਉਣੀ ਹੈ। ਇਹ 3-4 ਸਾਲ ਦੇ ਵਿੱਚ ਅਸੀਂ ਇਹ ਸਾਰਾ ਸੈਟਅਪ ਕੀਤਾ ਜੀ ਸਿਸਟਮ, ਅਤੇ ਅੱਜ ਬੜਾ ਵਧੀਆ ਚੱਲ ਰਿਹਾ ਜੀ। ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦੇ? ਮੈਨੂੰ ਹੁਣ 19ਵਾਂ ਸਾਲ ਲੱਗਾ ਜੀ, ਅਤੇ 19 ਸਾਲ ਹੋ ਗਏ ਜੀ ਮੈਨੂੰ ਨਰਸਰੀ ਦਾ ਕੰਮ ਕਰਦਿਆਂ। ਕਿਹੜੇ ਅਵਾਰਡ ਨਾਲ ਤੁਹਾਨੂੰ ਸਨਮਾਨ ਕੀਤਾ? ਮੇਰੇ ਕੋਲ ਨੈਸ਼ਨਲ ਅਵਾਰਡ ਹੈ ਜੀ, NG ਰੰਗਾ ਨੈਸ਼ਨਲ ਅਵਾਰਡ ਹੈ ਮੇਰੇ ਕੋਲ, ਨਰਸਰੀ ਰਤਨ, ਕਿਸਾਨ ਰਤਨ, ਔਰ ਡਿਸਟ੍ਰਿਕਟ ਲੈਵਲ ਦੇ ਤਾਂ ਹੁਣ ਸਾਨੂੰ ਵੀ ਯਾਦ ਨਹੀਂ ਬਈ ਕਿੰਨੇ ਕੁ ਹੋਣਗੇ। ਅਤੇ ਬਾਕੀ ਪ੍ਰਸ਼ੰਸਾ ਪੱਤਰ ਬੜੇ ਨੇ ਜੀ, ਬਾਕੀ ਆਰਟੀਕਲਸ ਆਪਣੇ ਆਉਂਦੇ ਰਹਿੰਦੇ ਨੇ। ਤਕਰੀਬਨ ਜੇ ਕੋਚਿੰਗ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਕੁ ਨੌਜਵਾਨ ਸਟੂਡੈਂਟ ਤੁਹਾਡੇ ਕੋਲ ਕੋਚਿੰਗ ਲੈਣ ਲਈ ਆਉਂਦੇ ਨੇ? ਸਾਡਾ ਸੀਜ਼ਨ ਅਕਤੂਬਰ ਤੋਂ ਅਪ੍ਰੈਲ ਤੱਕ ਹੁੰਦਾ ਹੈ, ਤਾਂ ਸਾਡੇ ਕੋਲ ਹਰ ਵੀਕ 2-2 ਬੱਸਿਸ ਆਉਂਦੀਆਂ, ਕਿਉਂਕਿ ਮੇਰਾ ਕਈ ਯੂਨੀਵਰਸਿਟੀਆਂ ਨਾਲ ਵੀ ਔਰ ਕਈ ਕਾਲਜਿਸ ਨਾਲ MOU ਸਾਈਨ ਹੈ। ਤਾਂ ਮੇਰੇ ਕੋਲ ਜਿਹੜੇ BSc MSc ਈਵਨ ਕਿ PhD ਕਰਦੇ ਨੇ ਜਿਹੜੇ ਸਟੂਡੈਂਟ, ਉਹ ਮੇਰੇ ਕੋਲ ਆਉਂਦੇ ਰਹਿੰਦੇ ਨੇ ਯੂਨੀਵਰਸਿਟੀਆਂ, ਔਰ ਮੈਨੂੰ ਵੀ ਜਾਂ ਕਾਲਜਿਸ ਮੈਨੂੰ ਵੀ ਬੁਲਾਉਂਦੇ ਰਹਿੰਦੇ ਨੇ ਲੈਕਚਰ ਲਈ, ਅਤੇ ਮੈਂ ਲੈਕਚਰ ਦੇਣ ਜਾਂਦਾ ਰਹਿੰਦਾ। ਸਾਡੀ 1 ਦਿਨ ਦੀ ਟ੍ਰੇਨਿੰਗ ਹੁੰਦੀ ਹੈ, ਫ੍ਰੀ ਆਫ ਕੋਸਟ ਹੁੰਦੀ ਹੈ। ਸਾਡੇ ਕੋਲ ਅਸੀਂ ਚਾਹੇ ਫਾਰਮਰ ਹੈ ਚਾਹੇ ਸਟੂਡੈਂਟ ਹੈ, ਅਸੀਂ ਕਹਿੰਦੇ ਵੀ ਸਾਡੇ ਕੋਲ ਸਾਰਾ ਦਿਨ ਬਿਤਾਓ ਆ ਕੇ। ਅਸੀਂ 1 ਦਿਨ ਦੇ ਵਿੱਚ ਹੀ ਉਹਨੂੰ ਇੰਨਾ ਕੁਛ ਦੱਸ ਦਿੰਦੇ ਹਾਂ ਕਿ ਉਹ ਇੰਨਾ ਹੌਸਲਾ ਉਹਦਾ ਬਣਾ ਦਿੱਤਾ ਕਿ ਉਹ ਆਪਣਾ ਕੰਮ ਕਰ ਸਕੇ। ਬਾਕੀ ਕਦੀ ਉਹ ਜਦੋਂ ਆਪਣਾ ਕੰਮ ਸ਼ੁਰੂ ਕਰਦਾ ਉਹਨੂੰ ਕੋਈ ਦਿੱਕਤਾਂ ਆ ਜਾਂਦੀਆਂ, ਅਸੀਂ ਵਿਜ਼ਿਟ ਵੀ ਕਰਨੇ ਹਾਂ ਉਹਨਾਂ ਕੋਲ, ਅਸੀਂ ਉਹਨਾਂ ਦੇ ਫਾਰਮ 'ਤੇ ਜਾ ਕੇ ਉਹਨਾਂ ਨੂੰ ਦੱਸਦੇ ਵੀ ਹਾਂ ਵੀ ਆਹ ਤੁਹਾਡੀ ਗਲਤੀ ਹੈ ਜਾਂ ਇਹਨੂੰ ਸੁਧਾਰੋ ਤੁਸੀਂ, ਜਾਂ ਆਉਣ ਵਾਲੇ ਟਾਈਮ ਵਿੱਚ ਆਹ ਦਿੱਕਤ ਦੇ ਸਕਦੀ ਹੈ ਚੀਜ਼ ਤੁਹਾਨੂੰ। ਵਿਦੇਸ਼ਾਂ ਦੇ ਵਿੱਚ ਵੀ ਫਿਰ ਜਾਂਦੇ ਹੋ ਆਪਣੇ ਸੈਮੀਨਾਰ ਨਾਲ? ਵਿਦੇਸ਼ਾਂ ਦੇ ਵਿੱਚ ਜਾਂਦੇ ਰਹੀਦਾ ਜੀ। ਵੈਸੇ ਤਾਂ ਮੈਂ ਕੈਨੇਡਾ ਗਿਆ ਸੀ, ਤਾਂ ਕੈਨੇਡਾ ਮੇਰੇ ਰਿਸ਼ਤੇਦਾਰ ਹੁੰਦੇ ਨੇ, ਉੱਥੇ ਇੱਕ ਆਪਣੀ ਹਰਿਆਣਾ ਦੀ ਇੱਕ ਸੁਸਾਇਟੀ ਸੀ, ਹਰਿਆਣਾ ਕਲਚਰਲ ਐਂਡ ਸਪੋਰਟਸ ਸੁਸਾਇਟੀ, ਉਹਨਾਂ ਤੋਂ ਵੀ ਮੈਂ ਸਨਮਾਨਿਤ ਹਾਂ ਜੀ ਉੱਥੋਂ। ਬਾਕੀ ਦੁਬਈ ਮੈਂ ਪੇਪਰ ਪ੍ਰੈਜ਼ੈਂਟ ਕਰਕੇ ਆਇਆ ਜੀ, ਕਈ ਕੰਟਰੀਜ਼ ਵਿੱਚ ਮੈਂ ਜਾਂਦਾ ਰਹਿੰਦਾ ਜੀ।
ਕੋਈ ਚੀਜ਼ ਸਿੱਖਣ ਨੂੰ ਵੀ ਜਾਂਦਾ ਰਹਿਣਾ। ਮੈਨੂੰ ਲੱਗਦਾ ਹੈ ਅਗਰ ਚਾਈਨਾ ਤੱਕ ਵੀ ਮੈਨੂੰ ਕੋਈ ਪਤਾ ਲੱਗਾ ਕੋਈ ਨਵੀਂ ਚੀਜ਼ ਹੈ ਤਾਂ ਮੈਂ ਉਹ ਵੀ ਵੇਖਣ ਚਲਾ ਗਿਆ ਜੀ। ਹਰਬੀਰ ਜੀ, ਫਿਰ ਕਿਸ ਤਰੀਕੇ ਦੀਆਂ ਵੈਰਾਈਟੀਆਂ ਤੁਹਾਡੇ ਕੋਲ, ਕਿੰਨੀਆਂ ਕੁ ਵੈਰਾਈਟੀਆਂ ਜਿਹੜੀਆਂ ਉਹ ਇਸ ਨਰਸਰੀ ਦੇ ਵਿੱਚ ਤੁਸੀਂ ਰੱਖੀਆਂ ਹੋਈਆਂ? ਸਾਡੇ ਕੋਲ ਜਿੰਨੀ ਵੀ ਸੀਜ਼ਨਲੀ ਕਰੋਪ ਆ ਜਾਂਦੀ ਹੈ ਵੈਜੀਟੇਬਲ ਦੀ, ਕਿਉਂਕਿ ਮੇਰਾ ਸਾਰਾ ਵੈਜੀਟੇਬਲ ਦੇ ਉੱਤੇ ਫੋਕਸ ਹੈ, ਵੈਜੀਟੇਬਲ ਨਰਸਰੀ ਦੇ ਉੱਤੇ ਜਿੰਨੀਆਂ ਵੀ ਸੀਜ਼ਨਲੀ ਆ ਜਾਂਦੀਆਂ ਉਹ ਸਾਡੇ ਕੋਲ ਹੁੰਦੀਆਂ ਹੈ। ਇਹਦੇ ਨਾਲ ਨਾਲ ਸਾਡੇ ਕੋਲ ਐਗਜ਼ੋਟਿਕ ਵੈਜੀਟੇਬਲਸ ਵੀ ਹੁੰਦੀਆਂ। ਤਾਂ ਬਾਕੀ ਫਿਰ ਜਿਵੇਂ ਮੈਂ ਚਿੱਲੀ ਦੀ ਗੱਲ ਕਰਦਾ ਜੀ, ਜਿਵੇਂ ਸਾਡੇ ਕੋਲ ਮਿਰਚੀ ਦੀ ਨਰਸਰੀ ਹੈ, ਇਹਦੇ 'ਚ ਵੀ ਫਿਰ ਅੱਗੋਂ 40-42 ਵੈਰਾਈਟੀਆਂ ਜੀ। ਕਲਰ ਵਾਈਜ਼ ਕਿਸੇ ਨੂੰ ਮੋਟੀ ਚਾਹੀਦੀ ਹੈ, ਕਿਸੇ ਨੂੰ ਬਰੀਕ ਚਾਹੀਦੀ ਹੈ, ਕਿਸੇ ਨੂੰ ਬਹੁਤ ਹੀ ਜ਼ਿਆਦਾ ਕੌੜੀ ਚਾਹੀਦੀ ਹੈ, ਕਿਸੇ ਨੂੰ ਮੀਡੀਅਮ ਚਾਹੀਦੀ ਹੈ, ਕਿਸੇ ਨੂੰ ਬਿਲਕੁਲ ਲਾਈਟ ਪਜੈਂਸੀ ਵਾਲੀ ਚਾਹੀਦੀ ਹੈ। ਤਾਂ ਫਿਰ ਸਾਨੂੰ ਏਰੀਆ ਵਾਈਜ਼ ਪਤਾ ਹੈ ਜੀ ਕਿਹੜੇ ਕਿੱਥੇ ਪੈਰਟ ਕਲਰ ਦੀ ਚੱਲਣੀ ਹੈ, ਫਿਰ ਕਲਰ ਚੱਲ ਪੈਂਦੇ ਨੇ ਇਹਦੇ 'ਚ, ਕਿਹੜੀ ਏਰੀਆ 'ਚ ਪੈਰਟ ਕਲਰ ਦੀ ਚੱਲੇਗੀ, ਕਿਹਦੇ 'ਚ ਗ੍ਰੀਨ ਚੱਲੇਗੀ, ਕਿਹੜੇ ਏਰੀਆ 'ਚ ਡਾਰਕ ਗ੍ਰੀਨ ਚੱਲੇਗੀ, ਕਿਹੜੇ ਏਰੀਆ 'ਚ। ਕਿ ਅਕਤੂਬਰ ਤੋਂ ਲੈ ਕੇ ਅਪ੍ਰੈਲ ਤੱਕ ਤੁਹਾਡਾ ਸੀਜ਼ਨ ਹੁੰਦਾ ਹੈ, ਤਾਂ ਉਹਦੇ ਵਿੱਚ ਕਿੰਨੀਆਂ ਕੁ ਸਬਜ਼ੀਆਂ ਜਿਹੜੀਆਂ ਉਹ ਹੁੰਦੀਆਂ ਹੈਗੀਆਂ ਉਸ ਸਮੇਂ? ਸਾਡੇ ਕੋਲ ਉਸ ਟਾਈਮ ਤਾਂ 40-50 ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ, ਜੀ। ਜਿਵੇਂ ਕਿ ਚਿੱਲੀ ਹੋ ਗਈ, ਕੈਪਸੀਕਮ ਹੋ ਗਿਆ, ਟਮਾਟੋ ਹੋ ਗਿਆ, ਅਨੀਅਨ ਹੋ ਗਿਆ, ਬਰੋਕਲੀ ਹੋ ਗਈ, ਲੀਕ ਹੋ ਗਈ, ਆਈਸਬਰਗ ਹੋ ਗਈ, ਚਾਈਨੀ ਕੈਬੇਜ ਹੋ ਗਈ। ਤਾਂ ਬਰੋਕਲੀ ਤਾਂ ਬਹੁਤ ਮਹਿੰਗੀ ਵੀ ਕਹਿ ਸਕਦੇ, ਇੱਕ ਗੋਭੀ ਹੈਗੀ ਆ, ਤਾਂ ਉਹ ਵੀ ਤੁਸੀਂ ਫਿਰ ਬੀਜਦੇ ਹੋ? ਬਰੋਕਲੀ ਸਾਡੇ ਕੋਲ ਕਾਫੀ ਹੁੰਦੀ ਹੈ। ਓਕੇ। ਤਾਂ ਸਾਡੀ ਸਤੰਬਰ ਤੋਂ ਚੱਲ ਜਾਂਦੀ, ਸਤੰਬਰ ਤੋਂ ਲੈ ਕੇ ਸਾਡੀ ਮਾਰਚ ਤੱਕ ਵਿਕਦੀ ਰਹਿੰਦੀ ਹੈ। ਫਿਰ ਸਾਡੇ ਕੋਲ ਸਾਰੀ ਵੇਲ ਵਾਲੀ ਸਬਜ਼ੀ ਹੁੰਦੀ ਹੈ, ਜਿੰਨੀ ਵੀ ਵੇਲ ਵਾਲੀਆਂ ਸਬਜ਼ੀਆਂ ਨੇ, ਘੀਆ, ਕਰੇਲਾ, ਟਿੰਡਾ, ਖਰਬੂਜਾ, ਤਰਬੂਜ। ਫਿਰ ਇਹਨਾਂ ਵਿੱਚ ਵੀ ਵੈਰਾਈਟੀ ਚੱਲ ਪੈਂਦੀ ਹੈ। ਜਿਵੇਂ ਤਰਬੂਜ ਹੈ, ਕਿਸੇ ਨੂੰ ਬਾਹਰੋਂ ਪੀਲਾ ਹੈ, ਅੰਦਰੋਂ ਲਾਲ ਚਾਹੀਦਾ ਹੈ, ਕਿਸੇ ਨੂੰ ਬਾਹਰੋਂ ਹਰਾ ਹੈ, ਅੰਦਰੋਂ ਲਾਲ ਚਾਹੀਦਾ ਹੈ, ਜੀ। ਤਾਂ ਕਿਸੇ ਨੂੰ ਬਾਹਰੋਂ ਬਲੈਕ ਅੰਦਰੋਂ ਲਾਲ ਚਾਹੀਦਾ। ਇਹ ਫਿਰ ਅੱਗੇ ਇਹਨਾਂ ਦੀ ਅੱਗੇ ਕਈ ਵੈਰਾਈਟੀਜ਼ ਸ਼ੁਰੂ ਹੋ ਜਾਂਦੀਆਂ। ਸਾਡੇ ਕੋਲ ਹਰ ਤਰ੍ਹਾਂ ਦੀਆਂ ਵੈਰਾਈਟੀਜ਼ ਹੁੰਦੀਆਂ। ਜੀ। ਤਾਂ ਜਦੋਂ ਅਪ੍ਰੈਲ ਤੋਂ ਲੈ ਕੇ ਤੁਸੀਂ ਕਹਿੰਦੇ ਅਕਤੂਬਰ ਤੱਕ ਤੁਹਾਡਾ ਕੰਮ ਚੱਲਦਾ ਹੈਗਾ ਆ, ਤਾਂ ਉਸ ਸਮੇਂ ਮਤਲਬ ਕਿਸ ਤਰੀਕੇ ਦੀ ਡਿਮਾਂਡ ਆਉਂਦੀ ਹੈ ਤੁਹਾਡੇ ਕੋਲ? ਕਿਹੜੀਆਂ ਬਹੁਤ ਲੋਕੀ ਲੈ ਕੇ ਜਾਂਦੇ ਨੇ? ਜਿਵੇਂ ਸੀਜ਼ਨ ਇਹ ਸਾਰੀਆਂ ਚੀਜ਼ਾਂ ਦਾ ਸੀਜ਼ਨ ਹੈ ਉਸ ਟਾਈਮ, ਜੀ। ਜਿਹੜੀਆਂ ਵੀ ਤੁਹਾਨੂੰ ਮੈਂ ਸਬਜ਼ੀਆਂ ਦੱਸੀਆਂ, ਅਤੇ ਇਹਨਾਂ ਦਾ ਮਤਲਬ ਕਹਿ ਸਕਦੇ ਕਿ ਫੁੱਲ ਸੀਜ਼ਨ ਚੱਲਦਾ, ਲੋਕ ਪੂਰੀ ਭੀੜ ਲੱਗੀ ਰਹਿੰਦੀ ਹੈ। ਹਾਂ, ਇੱਥੇ ਪੂਰੀ ਭੀੜ ਲੱਗੀ ਰਹਿੰਦੀ ਹੈ ਜੀ। ਜੀ। ਕਿਸੇ ਕਿਸੇ ਸਾਲ ਤਾਂ ਇੰਨੀ ਭੀੜ ਹੋ ਜਾਂਦੀ ਹੈ ਵੀ ਜਿਹੜਾ ਸਵੇਰੇ ਬੰਦਾ 8 ਵਜੇ ਆਉਂਦਾ, ਰਾਤ ਨੂੰ 8 ਵਜੇ ਨੰਬਰ ਪੈਂਦਾ ਜੀ। ਇੱਥੇ 100-150 ਮੋਟਰਸਾਈਕਲ ਅਤੇ 40-45 ਗੱਡੀਆਂ ਪਰ ਡੇ ਦੀਆਂ, ਤੁਹਾਨੂੰ ਇਹ 2 ਮਹੀਨੇ ਪੂਰਾ ਇੰਨਾ ਸਾਡੇ ਕੋਲ ਰਸ਼ ਰਹਿੰਦਾ ਜੀ। ਤਾਂ ਕਿਉਂਕਿ ਮੇਰੇ ਕੋਲ 16 ਏਕੜ ਓਪਨ ਵਿੱਚ ਹੈ ਔਰ ਅੱਧਾ ਏਕੜ ਮੇਰੇ ਕੋਲ ਪ੍ਰੋਟੈਕਟਿਡ ਹੈ ਜੀ। ਤਾਂ ਉਹ ਜੇ 16 ਏਕੜ 'ਚ ਵੀ ਐਵੇਂ ਜਿਵੇਂ ਪਿਆਜ਼ ਜਿਵੇਂ ਸਾਡਾ ਜਨਵਰੀ 'ਚ ਖਤਮ ਹੋ ਜਾਂਦਾ ਹੈ, ਉੱਥੇ ਫਿਰ ਟਮਾਟਰ ਉਸੇ ਜਗ੍ਹਾ 'ਤੇ ਫਿਰ ਦੁਬਾਰਾ ਟਮਾਟਰ ਵੀ ਆ ਜਾਂਦਾ ਹੈ। ਅਤੇ ਸਾਡੇ ਕੋਲ ਉਸ ਟਾਈਮ ਤਾਂ ਪੂਰਾ ਸਾਡਾ ਬਿਜੀ ਸ਼ੈਡਿਊਲ ਹੈ ਜੀ। 7 ਮਹੀਨੇ ਤਾਂ ਸਾਨੂੰ ਉਰਾਂ ਪਰਾਂ ਜਾਣ ਦਾ ਵੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਵੀ ਇੰਨੇ ਅਸੀਂ ਬਿਜ਼ੀ ਰਹਿੰਦੇ ਹਾਂ 7 ਮਹੀਨੇ। ਤਕਰੀਬਨ ਸਬਜ਼ੀਆਂ ਦੀ ਪੌਦ ਹੀ ਹੁੰਦੀ ਹੈ ਤੁਹਾਡੇ ਕੋਲ, ਕਹਿ ਸਕਦੇ ਬੂਟੇ ਹੀ ਹੁੰਦੇ ਨੇ, ਜਾਂ ਫਿਰ ਤੁਸੀਂ ਬੀਜਦੇ ਵੀ ਹੋ ਤੇ ਬੀਜ ਕੇ ਸੇਲ ਵੀ ਕਰਦੇ ਹੋ? ਅਸੀਂ ਬੀਜ ਕੇ ਸੇਲ ਵੀ ਕਰਦੇ ਹਾਂ। ਸਾਡੇ ਕੋਲ ਜਿਵੇਂ 16 ਏਕੜ 'ਚ ਓਪਨ ਨਰਸਰੀ ਹੈ, 16 ਏਕੜ ਜਿਵੇਂ ਸਾਡੇ ਨਰਸਰੀ ਵਾਲੇ ਖਾਲੀ ਹੋਏ, 16 ਦੇ 16 ਏਕੜ ਹੀ ਸਾਡੇ ਕੋਲ ਸਬਜ਼ੀ ਆ ਜਾਂਦੀ ਹੈ। ਓਕੇ। ਸਬਜ਼ੀ ਦੇ ਵਿੱਚ ਫਿਰ ਅਸੀਂ ਸਾਡੇ ਕੋਲ ਜਿਹੜੇ ਨਵੇਂ ਸੀਡ ਆਏ ਹੁੰਦੇ ਨੇ ਅਸੀਂ ਉਹ ਟਰਾਇਲ ਕਰਦੇ ਹਾਂ ਜੀ। ਓਕੇ। ਜਿਵੇਂ ਸਾਡੇ ਕੋਲ ਚੈੱਕ 'ਚ ਕਈ ਵੈਰਾਈਟੀਆਂ ਲੱਗੀਆਂ ਹੁੰਦੀਆਂ, ਰਨਿੰਗ ਵੈਰਾਈਟੀਆਂ ਜਿਹੜੀਆਂ ਚੱਲਦੀਆਂ ਉਹ ਵੀ ਹੁੰਦੀਆਂ ਸਾਡੇ ਕੋਲ, ਅਤੇ ਜਿਹੜੀਆਂ ਨਵੀਆਂ ਸਾਨੂੰ ਕੰਪਨੀਜ਼ ਸੀਡ ਦੇ ਜਾਂਦੀ ਹੈ ਸਾਡੇ ਕੋਲ ਨਾਲ ਉਹ ਚੈੱਕ 'ਚ ਲੱਗਦੀਆਂ। 16 ਏਕੜ ਫਿਰ ਸਾਡੇ ਤਜਰਬੇ ਵਾਸਤੇ ਨੇ ਜੀ। 16 ਏਕੜ ਦੇ ਵਿੱਚ ਆਪਣੀ ਫਿਰ ਅਸੀਂ ਉਹ ਕੰਪੈਰੀਜ਼ਨ ਵੀ ਆਪਣਾ ਕਰਨੇ ਆ, ਮਾਰਕੀਟ ਵਿੱਚ ਕਿਸ ਚੀਜ਼ ਨੇ ਜ਼ਿਆਦਾ ਰੇਟ ਦਿੱਤਾ ਹੈ, ਕਿਹਦੀ ਜ਼ਿਆਦਾ ਡਿਮਾਂਡ ਰਹੀ ਹੈ, ਉਸ ਨੂੰ ਫਿਰ ਅਸੀਂ ਅਗਲੇ ਸਾਲ ਉਹ ਨਰਸਰੀ ਦੇ ਵਿੱਚ ਆਪਣੇ ਬੀ ਨੂੰ ਵਧਾ ਲਈਦਾ। ਜਿਹਦੀ ਮੰਗ ਘੱਟ ਉਹਨੂੰ ਘਟਾ ਲਿਆ। ਤਾਂ ਇਹ ਸਾਡੀ ਇਹ 16 ਏਕੜ R&D ਸਮਝ ਲਓ ਜਾਂ ਤੁਸੀਂ ਸਾਡੀ ਸਬਜ਼ੀ ਪ੍ਰੋਡਿਊਸ ਸਮਝ ਲਓ। ਇਹ ਕੰਮ ਸਾਡੇ ਦੋਵੇਂ ਹੀ ਸਾਡੀ ਐਜੂਕੇਸ਼ਨ ਦੇ ਵੀ ਨਾਲ ਚੱਲਦੇ ਨੇ ਅਤੇ ਸਾਡੀ ਨਾਲ ਚਲੋ ਸਬਜ਼ੀ ਤੋਂ ਜੋ ਮੁਨਾਫਾ ਹੁੰਦਾ ਉਹ ਤਾਂ ਹੁੰਦਾ ਹੀ ਹੈ ਜੀ ਸਾਨੂੰ। ਜੀ। ਇੱਥੇ ਵੀ ਸਵਾਲ ਖੜਾ ਹੁੰਦਾ ਹੈ ਕਿ ਕਈ ਵਾਰ ਕਿਸਾਨ ਸਬਜ਼ੀਆਂ ਵੀ ਬੀਜਦੇ ਨੇ ਪਰ ਉਹ ਕਹਿੰਦੇ ਸਾਨੂੰ ਸਹੀ ਭਾਅ ਨਹੀਂ ਮਿਲਦਾ। ਤਾਂ ਤੁਸੀਂ ਦੇਖ ਸਕਦੇ ਹੋ ਜੇ ਟਮਾਟਰ ਵੀ ਉਹ ਆਪਣੇ ਖੇਤਾਂ ਦੇ ਵਿੱਚ ਉਗਾਉਂਦਾ ਆ, ਤਾਂ ਜਦੋਂ ਉਹ ਜਾ ਕੇ ਮੰਡੀ ਦੇ ਵਿੱਚ ਦੇ ਕੇ ਆਉਂਦਾ ਆ ਤਾਂ ਉੱਥੇ ਵੀ ਰੇਟ ਉਹਨੂੰ ਘੱਟ ਮਿਲਦਾ। ਇੱਥੋਂ ਤੱਕ ਕਿ ਪਤਾ ਨਹੀਂ ਕਿੰਨੇ ਕਿੰਨੇ ਕੁਆਂਟਲ ਉਹਨੂੰ ਸਿੱਟਣੇ ਪੈਂਦੇ ਨੇ ਟਮਾਟਰ। ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਸੇਲ ਕਰੇ ਜਿਹਦੇ ਨਾਲ ਉਹਨੂੰ ਮੁਨਾਫਾ ਹੋ ਸਕੇ? ਕਿਸਾਨ ਦਾ ਇੱਕ ਦੁਰਭਾਗਿਆ ਹੈ ਵੇ, ਉਹ ਹਮੇਸ਼ਾ ਹੀ ਪਿਛਲੇ ਸਾਲ ਦੇ ਰੇਟ ਨੂੰ ਅਨੈਲਿਸ ਕਰਕੇ ਆਪਣੀ ਸਬਜ਼ੀ ਬੀਜਦਾ ਹੈ। ਜੀ। ਉਹ ਇਹ ਵੇਖਦਾ ਹੈ ਵੀ ਪਿਛਲੇ ਸਾਲ ਇਸ ਚੀਜ਼ ਦਾ ਇੰਨਾ ਰੇਟ ਰਿਹਾ, ਉਹ ਬਿਲਕੁਲ ਉਹਦੇ 'ਤੇ ਆ ਜਾਂਦਾ ਹੈ। ਇਹ ਕਿਸਾਨ ਇਹ ਨਹੀਂ ਸੋਚਦਾ ਵੀ ਪਿਛਲੇ ਸਾਲ ਵਾਲਾ ਰੇਟ ਪਿਛਲੇ ਸਾਲ ਗਿਆ ਹੈ, ਅੱਗੋਂ ਹੁਣ ਫਿਊਚਰ ਵਿੱਚ ਕੀ ਹੋਣਾ ਹੈ। ਉਹ ਕਿਸਾਨ ਨੂੰ ਪਹਿਲਾਂ ਉਹਨੂੰ ਤਿਆਰੀ ਚਾਹੀਦੀ ਹੈ, ਉਹ ਤਿਆਰੀ ਨਹੀਂ ਕਰਦਾ। ਕਿਸਾਨ ਨੂੰ ਲੱਗਦਾ ਹੈ ਪਿਛਲੇ ਸਾਲ ਟਮਾਟਰ ਬਹੁਤ ਤੇਜ਼ ਸੀ, ਉਹ ਪਿਛਲੇ ਸਾਲ ਉਹ ਉਸ ਰੇਟ ਨੂੰ ਵੇਖਦੇ ਹੋਏ ਅਗਲੇ ਸਾਲ ਉਹ 10 ਕਿੱਲੇ, ਪਿਛਲੇ ਸਾਲ ਉਹਦੇ ਕੋਲ 5 ਕਿੱਲੇ ਹੁੰਦਾ ਹੈ, ਅਗਲੇ ਸਾਲ ਉਹ ਰੇਟ ਨੂੰ ਵੇਖਦੇ ਹੋਏ 10 ਕਿੱਲੇ ਲਾ ਲੈਂਦਾ। ਹੋਰ ਵੀ ਕਿਸਾਨ ਲਾ ਲੈਂਦੇ ਨੇ। ਕਿਸਾਨ ਦਾ ਦੁਰਭਾਗਿਆ ਇਹ ਵੇ, ਉਹ ਹਮੇਸ਼ਾ ਪਿਛਲੇ ਸਾਲ ਦੇ ਰੇਟ ਨੂੰ ਵੇਖਦਾ ਹੈ, ਜਦ ਕਿ ਉਹਨੂੰ ਇਹ ਚਾਹੀਦਾ ਹੈ ਵੀ ਉਹਨੂੰ ਮਾਰਕੀਟ ਦਾ ਐਨਾਲਿਸਿਸ ਕਰਨਾ ਚਾਹੀਦਾ ਹੈ ਵੀ ਇਹਦੇ 'ਚ ਕਿੰਨੀ ਤੁਹਾਡੀ ਕਿਹੜੀ ਚੀਜ਼ ਕਿੰਨੀ ਲੱਗ ਰਹੀ ਹੈ। ਅਗਰ ਜ਼ਿਆਦਾ ਲੱਗ ਰਹੀ ਹੈ ਤਾਂ ਉਹਨੂੰ ਛੱਡ ਦਿਓ,
ਕਿਸਾਨ ਨੂੰ ਹਮੇਸ਼ਾ ਜੋ ਸਬਜ਼ੀ ਬੀਜਣੀ ਚਾਹੀਦੀ ਹੈ, ਥੋੜੀ ਕਰਕੇ ਸਾਰੀਆਂ ਸਬਜ਼ੀਆਂ ਬੀਜਣੀ ਚਾਹੀਦੀਆਂ, ਤਕਰੀਬਨ ਸਾਰੀਆਂ ਸਬਜ਼ੀਆਂ ਸਾਰੀਆਂ ਲਾਉਣੀਆਂ ਬੀਜੇ, ਤਾਂ ਕਿ ਇੱਕ ਦਾ ਰੇਟ ਘੱਟ ਮਿਲੇ, ਦੂਜੀ ਤਾਂ ਨੂੰ ਪਿੱਛੋਂ ਕਵਰ ਕਰ ਜਾਏਗੀ। ਤਾਂ ਕਿਸਾਨ ਇੱਥੇ ਮਾਰ ਖਾ ਰਿਹਾ ਜੀ। ਤੁਸੀਂ ਆਪਣੀ ਮਾਰਕੀਟ ਆਪ ਬਣਾਉਂਦੇ ਹੋ ਜਾਂ ਤੁਸੀਂ ਤੁਹਾਡੇ ਵੀ ਇੱਥੋਂ ਸਬਜ਼ੀ ਮਤਲਬ ਕਿ ਲੈ ਜਾਂਦੇ ਨੇ ਆਪਣੇ ਆਪ ਮੰਡੀ ਦੇ ਵਿੱਚ ਵੇਚਦੇ ਨੇ ਜਾਂ ਤੁਸੀਂ ਹੀ ਜਾ ਕੇ ਵੇਚਦੇ ਹੋ? ਨਹੀਂ, ਸਾਨੂੰ ਆਪ ਮੰਡੀ ਜਾਣਾ ਪੈਂਦਾ ਹੈ, ਕਿਉਂਕਿ ਅਸੀਂ ਮੰਡੀ ਨੂੰ ਐਨਾਲਿਸਿਸ ਕਰਨੇ ਆ ਪਹਿਲਾਂ ਮੰਡੀ ਦੇ, ਵੀ ਪਹਿਲਾਂ ਤਾਂ ਇਹ ਵੇਖਦੇ ਆ ਵੀ ਕਿਹੜੀ ਮੰਡੀ ਦੇ ਵਿੱਚ ਕਿਹੜੀ ਚੀਜ਼ ਦਾ ਜ਼ਿਆਦਾ ਡਿਮਾਂਡ ਹੈ, ਅਸੀਂ ਉੱਥੇ ਲੈ ਜਾਂਦੇ ਆ। ਉੱਥੇ ਫਿਰ ਇਹ ਵੇਖਦੇ ਵੀ ਸਾਡੇ ਪ੍ਰੋਡਕਟ ਦੀ ਹੁਣ ਕਿੰਨੀ ਮੰਗ ਹੈ, ਕਿਉਂਕਿ ਸਾਡੇ ਕੋਲ ਜਿਹੜੇ ਨਵੇਂ ਪ੍ਰੋਡਕਟ ਹੁੰਦੇ ਨੇ, ਅਸੀਂ ਕੰਪੈਰੀਜ਼ਨ ਪੁਰਾਣਿਆਂ ਦੇ ਨਾਲ ਕਰਨਾ ਹੁੰਦਾ ਹੈ, ਤਾਂ ਕਿ ਇਹ ਸਾਨੂੰ ਅਗਲੇ ਸਾਲ ਉਹੀ, ਫਿਰ ਜੇ ਅਗਰ ਮੰਨ ਲਓ ਰੇਟ ਜ਼ਿਆਦਾ ਦੇ ਜਾਂਦੇ ਨੇ ਤਾਂ ਸਾਨੂੰ ਅਗਲੇ ਸਾਲ ਉਹੀ ਵੈਰਾਈਟੀ ਫਿਰ ਨਰਸਰੀ ਦੇ ਵਿੱਚ ਸਾਨੂੰ ਉਤਾਰਨੀ ਪੈਂਦੀ ਹੈ। ਤਾਂ ਇਸ ਕਰਕੇ ਅਸੀਂ ਆਪ ਮੰਡੀ ਜਾਂਦੇ ਹਾਂ, ਮੰਡੀ 'ਚ ਪੂਰਾ ਅਸੀਂ ਵੇਖਦੇ ਹਾਂ ਕਿ ਇਹ ਪੁਰਾਣੀ ਜਿਹੜੀ ਆਮ ਚੱਲਦੀ ਆ ਰਹੀ ਹੈ, ਜਿਹੜੀ ਸਬਜ਼ੀ ਚੱਲਦੀ ਆ ਰਹੀ ਹੈ, ਉਹਦਾ ਕੀ ਰੇਟ ਮਿਲਿਆ, ਜਾਂ ਸਾਡਾ ਪ੍ਰੋਡਕਟ ਜਿਹੜਾ ਨਵਾਂ ਆਇਆ ਸੀ ਇਹਦੇ ਅਗੇਂਸਟ ਉਹਨੂੰ ਕਿਵੇਂ ਰਿਸਪੌਂਸ ਮਿਲਿਆ, ਕਿੰਨਾ ਰੇਟ ਮਿਲਿਆ, ਕਿੰਨੀ ਉਹਦੀ ਡਿਮਾਂਡ ਰਹੀ ਹੈ। ਇਸ ਚੀਜ਼ ਨੂੰ ਅਸੀਂ ਜਾਣਨ ਲਈ ਮੰਡੀ 'ਚ ਜਾਂਦੇ ਹਾਂ। ਅਤੇ ਉਹ ਜੇ ਅਗਰ ਸਾਨੂੰ ਲੱਗਦਾ ਵੀ ਇਹ ਉਹਨੇ ਪਿਛਲੀ ਨਾਲੋਂ ਜਿਹੜੀਆਂ ਵੈਰਾਈਟੀਆਂ ਚੱਲਦੀਆਂ ਆ ਰਹੀਆਂ ਉਹਦੇ ਨਾਲ ਜ਼ਿਆਦਾ ਪਾ ਦਿੱਤਾ, ਤਾਂ ਅਸੀਂ ਅਗਲੇ ਸਾਲ ਉਹ ਪੁਰਾਣੀਆਂ ਰਿਪਲੇਸ ਕਰਕੇ ਉਹਨੂੰ ਅਸੀਂ ਮੰਡੀ 'ਚ ਉਤਾਰ ਦਿੰਦੇ ਹਾਂ, ਨਰਸਰੀ ਲਈ ਵੀ ਅਤੇ ਆਪਣੇ ਫੀਲਡ ਵਿੱਚ ਵੀ। ਜੀ, ਫਸਲਾਂ ਦੀ ਜਾਂ ਸਬਜ਼ੀਆਂ ਦੀ ਪੈਦਾਵਾਰ ਜ਼ਿਆਦਾ ਹੋਣ ਦੇ ਲਈ ਫਿਰ ਤੁਸੀਂ ਕੀ ਕਰਦੇ ਹੋ? ਮਤਲਬ ਕਿ ਕੀ ਇਹੋ ਜਿਹੇ ਤਰੀਕੇ ਨਾਲ ਕਹਿ ਸਕਦੇ ਹੋ ਦੀ ਫਸਲ ਨੂੰ ਉਗਾਉਣਾ ਚਾਹੀਦਾ ਜਿਹਦੇ ਨਾਲ ਪੈਦਾਵਾਰ ਵੱਧ ਹੋਵੇ? ਦੇਖੋ ਜੀ, ਕਿਸਾਨ ਦਾ ਇੱਕ ਦੁਰਭਾਗਿਆ ਇਹ ਵੀ ਹੈ, ਉਹਨੂੰ ਇਹ ਤਾਂ ਪਤਾ ਹੈ ਵੀ ਫਸਲ ਵਿੱਚ ਕੀ ਪਾਉਣਾ ਹੈ, ਮਾਰ ਉਹ ਇੱਥੋਂ ਖਾ ਰਿਹਾ ਵੀ ਕਿਹੜੇ ਟਾਈਮ ਕੀ ਪਾਉਣਾ ਹੈ। ਅਗਰ ਕਿਸਾਨ ਇਹ ਚੀਜ਼ ਸਮਝ ਜਾਏ ਵੀ ਜਦੋਂ ਪਲਾਂਟ ਛੋਟਾ ਹੈ ਇਹਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ, ਮਿਡ 'ਚ ਜਾ ਕੇ ਇਹਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ, ਜਦੋਂ ਫਰੂਟਿੰਗ 'ਤੇ ਆ ਗਿਆ ਫਿਰ ਉਹਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਅਗਰ ਇਸ ਚੀਜ਼ ਨੂੰ ਕਿਸਾਨ ਪੜ੍ਹ ਗਿਆ ਜਾਂ ਸਮਝ ਗਿਆ ਤਾਂ ਉਹਦਾ ਪ੍ਰੋਡਿਊਸ ਆਟੋਮੈਟਿਕਲੀ 4-5 ਗੁਣਾ ਵੱਧ ਜਾਏਗਾ। ਕਿਸਾਨ ਇੱਥੋਂ ਮਾਰ ਖਾ ਰਿਹਾ ਹੈ। ਤੁਸੀਂ ਸ਼ੈੱਡ ਲਾਏ ਹੋਏ ਨੇ, ਵੱਡੇ ਵੱਡੇ ਸ਼ੈੱਡ ਲੱਗੇ ਹੋਏ ਨੇ, ਫਿਰ ਇਹਨਾਂ ਦੇ ਵਿੱਚ ਤੁਸੀਂ ਆਪਣੀ ਸਬਜ਼ੀ ਨੂੰ ਬੀਜਦੇ ਹੈਗੇ ਹੋ? ਇਹ ਜਿਹੜੇ ਅੰਦਰ ਸ਼ੈੱਡ ਦੇ ਵਿੱਚ ਓਪਨ ਤਾਂ ਮੇਰੇ ਕੋਲ 16 ਏਕੜ ਨੇ, ਅੱਧੇ ਏਕੜ ਦਾ ਮੇਰੇ ਕੋਲ ਸ਼ੈੱਡ ਲੱਗਾ ਹੋਇਆ ਹੈ। ਇਹਦੇ ਵਿੱਚ ਜਿੰਨੀਆਂ ਵੀ ਵੇਲ ਵਾਲੀਆਂ ਸਬਜ਼ੀਆਂ ਨੇ ਸਾਡੇ ਕੋਲ ਪ੍ਰੋ ਟਰੇ ਹੁੰਦੀ ਹੈ, ਉਹਦੇ 'ਚ 50 ਖਾਨਿਆਂ ਵਾਲੀ ਵੀ ਹੁੰਦੀ ਹੈ, 98 ਖਾਨਿਆਂ ਵਾਲੀ ਵੀ ਹੁੰਦੀ ਹੈ, 125 ਖਾਨਿਆਂ ਵਾਲੀ ਵੀ ਹੁੰਦੀ ਹੈ। ਅਸੀਂ ਉਹ ਫਿਰ ਜਿੰਨੀ ਵੇਲ ਵਾਲੀ ਸਬਜ਼ੀ ਉਹ ਅਸੀਂ ਅੰਦਰ ਕਰਦੇ ਹਾਂ, ਕਿਉਂਕਿ ਸਾਡੇ ਕੋਲ ਕਈ ਸੀਡ ਅਦਰ ਕੰਟਰੀਜ਼ ਵਿੱਚੋਂ ਵੀ ਟੈਸਟ ਓਨਲੀ ਆ ਜਾਂਦੇ ਨੇ, ਉਹ ਇੰਨੇ ਕੋਸਟਲੀ ਹੁੰਦੇ ਨੇ ਕਿ 4.5 ਰੁਪਈਏ ਤੋਂ ਲੈ ਕੇ 12.5 ਰੁਪਈਏ ਤੱਕ ਇੱਕ ਸੀਡ ਹੁੰਦਾ ਹੈ। ਉਹ ਫਿਰ ਅਸੀਂ ਜਿੰਨੇ ਵੀ ਹਾਈ ਵੈਲਿਊਮ ਦੇ ਜਿੰਨੇ ਵੀ ਸੀਡ ਹੁੰਦੇ ਨੇ ਉਹ ਅਸੀਂ ਫਿਰ ਪ੍ਰੋ ਟਰੇ ਦੇ ਵਿੱਚ ਅੰਦਰ ਅਸੀਂ ਤਿਆਰ ਕਰਦੇ ਹਾਂ ਜੀ। ਰੈਸਟੋਰੈਂਟਾਂ 'ਚ ਵੀ ਜਾਂਦੀ, ਜਿਸ ਤਰ੍ਹਾਂ ਬਰੋਕਰੀ ਕਾਫੀ ਸਲਾਦ ਦੇ ਵਿੱਚ ਯੂਜ਼ ਹੁੰਦੀ ਹੈ, ਅਕਸਰ ਅਸੀਂ ਦੇਖਦੇ ਹਾਂ ਕਿ ਕੈਪਸਿਕਮ ਤੁਸੀਂ ਕਿਹਾ ਹੈਗਾ ਤਾਂ ਪੀਜ਼ੇ ਵਗੈਰਾ 'ਚ ਯੂਜ਼ ਹੁੰਦੀ ਹੈ, ਤਾਂ ਇਹ ਕੋਈ ਤੁਹਾਡੇ ਵੱਲੋਂ ਤੁਹਾਨੂੰ ਡਿਮਾਂਡ ਵੀ ਆਉਂਦੀ ਹੈ ਕਿ ਇਹ ਚੀਜ਼ ਤੁਸੀਂ ਸਾਨੂੰ ਪ੍ਰੋਵਾਈਡ ਕਰਵਾਓ? ਸਾਡੇ ਕੋਲ ਡਿਮਾਂਡ ਆ ਜਾਂਦੀ ਹੈ, ਸਾਡੇ ਕੋਲ ਜਿਵੇਂ ਰਿਲਾਇੰਸ ਵਾਲੇ ਵੀ ਆ ਜਾਂਦੇ ਨੇ, ਮਦਰ ਡੇਅਰੀ ਵਾਲੇ ਵੀ ਆ ਜਾਂਦੇ ਨੇ। ਤਾਂ ਸਾਡੇ ਕੋਲ ਇਹ ਜਿਵੇਂ ਕਿਸੇ ਚੀਜ਼ ਦੀ ਸ਼ੋਰਟੇਜ ਹੈ ਜਾਂ ਇਹਨਾਂ ਨੂੰ ਕੋਈ ਪਤਾ ਲੱਗੇ ਵੀ ਇਹਨਾਂ ਕੋਲ ਇਹ ਚੀਜ਼ ਹੈ ਕਿ ਜੇ ਮਾਰਕੀਟ ਵਿੱਚ ਮਿਲਦੀ ਨਹੀਂ, ਉਹ ਸਾਡੇ ਕੋਲ ਆ ਜਾਂਦੇ ਨੇ, ਸਾਡੇ ਤੋਂ ਫਾਰਮ ਤੋਂ ਵੀ ਲੈ ਜਾਂਦੇ ਨੇ ਆ ਕੇ। ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਸੈਮੀਨਾਰ ਲਾਉਂਦੇ ਹੋ, ਤਾਂ ਲੋਕਾਂ ਦੇ ਕਿਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਕਿ ਮਤਲਬ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਿ ਸਕਦੇ ਆ ਜੋ ਟਾਕ ਹੁੰਦੀ ਆ ਤੁਹਾਡੇ ਨਾਲ, ਉਹ ਕਿਸ ਤਰੀਕੇ ਦੇ ਨਾਲ ਗੱਲਾਂ ਕਰਦੇ ਨੇ ਖੇਤੀ ਨੂੰ ਲੈ ਕੇ? ਦੇਖੋ ਜੀ, ਸਰਕਾਰ ਵੀ ਬੜੇ ਸੈਮੀਨਾਰ ਕਰਦੀ ਰਹਿੰਦੀ ਹੈ ਜੀ, ਸਰਕਾਰਾਂ ਨੂੰ ਵੀ ਪਤਾ ਹੈ ਕਿ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ ਇਸ ਟਾਈਮ, ਔਰਗੇਨਾਈਜ਼ ਉਹ ਕਰਦੇ ਨੇ। ਇਹ ਜਿੰਨੇ ਵੀ ਸੈਮੀਨਾਰ ਹੁੰਦੇ ਨੇ ਇਹਨਾਂ ਵਿੱਚ ਜਾਣ ਦਾ ਬੈਨੀਫਿਟ ਇਹ ਵੇ ਕਿ ਤੁਹਾਨੂੰ ਕਈ ਭਾਂਤ ਦੇ ਲੋਕ ਮਿਲਣਗੇ, ਕਿਸੇ ਨੂੰ ਕਿਸੇ ਫੀਲਡ 'ਚ ਮਹਾਰਤ ਹਾਸਲ ਹੈ, ਕਿਸੇ ਨੂੰ ਕਿਸੇ ਫੀਲਡ 'ਚ ਮਹਾਰਤ ਹਾਸਲ, ਤੁਸੀਂ ਆਪਸ ਵਿੱਚ ਆਪਣੇ ਵਿਚਾਰ ਵਟਾਂਦਰਾ ਆਪਣੇ ਵਿਚਾਰਾਂ ਦਾ ਕਰਦੇ ਹੋ, ਆਪਣੀ ਸਮੱਸਿਆ ਦੱਸਦੇ ਹੋ, ਉਹਨਾਂ ਦੀਆਂ ਸੁਣਦੇ ਹੋ। ਕੋਈ ਤੁਹਾਨੂੰ ਜਿਵੇਂ ਸਾਇੰਟਿਸਟ ਵੀ ਵਿੱਚ ਹੁੰਦੇ ਨੇ, ਉਹ ਆਪਣੇ ਸੁਝਾਅ ਵੀ ਦਿੰਦੇ ਨੇ, ਅਤੇ ਇਹਨਾਂ ਸੈਮੀਨਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਇਹ ਲੱਗਣੇ ਵੀ ਚਾਹੀਦੇ ਨੇ ਅਤੇ ਔਰ ਕਿਸਾਨਾਂ ਨੂੰ ਇਹ ਅਟੈਂਡ ਵੀ ਕਰਨੇ ਚਾਹੀਦੇ ਨੇ। ਅਤੇ ਮਤਲਬ ਕਿ ਤੁਹਾਡੇ ਨਾਲ ਕੋਈ ਗੱਲਬਾਤ ਜਦੋਂ ਕਰਦੇ ਨੇ, ਜੇ ਮੈਂ ਨੌਜਵਾਨਾਂ ਦੀ ਕਹਿੰਦੀ ਹਾਂ ਵੀ ਕੋਈ ਇਹ ਵੀ ਕਹਿੰਦਾ ਹੋਏਗਾ ਕਿ ਇਹਦੇ 'ਚ ਸਾਨੂੰ ਮੁਨਾਫਾ ਨਹੀਂ ਹੋਇਆ, ਬਹੁਤ ਘਾਟਾ ਹੋਇਆ ਆ, ਇਹਨੂੰ ਕਿਵੇਂ ਅਸੀਂ ਸਹੀ ਕਰ ਸਕਦੇ ਹਾਂ, ਐਕਸਪੀਰੀਅੰਸ ਸ਼ੇਅਰ ਕਰਦੇ ਨੇ? ਦੇਖੋ ਜੀ, ਇਹ ਤਾਂ ਸਾਰਿਆਂ ਨਾਲ ਹੀ ਹੈ, ਸਾਡੇ ਨਾਲ ਵੀ ਹੈ। ਕੋਈ ਵੀ ਬਿਜ਼ਨਸ ਕਰਨੇ ਆ ਜਾਂ ਆਪਾਂ ਖੇਤੀ ਕਰਨੇ ਆ, ਖੇਤੀ ਵੀ ਕਲਾਈਮੇਟ ਦੇ ਉੱਤੇ ਡਿਪੈਂਡ ਕਰਦੀ ਹੈ। ਕਿਸੇ ਸਾਲ ਫਸਲ ਬਹੁਤ ਵਧੀਆ ਲੱਗ ਜਾਂਦੀ ਹੈ, ਕਿਸੇ ਸਾਲ ਬਹੁਤ ਮਾੜੀ ਲੱਗ ਜਾਂਦੀ ਹੈ। ਐਵੇਂ ਹੀ ਸਾਡਾ ਧੰਦਾ ਨਰਸਰੀ ਦਾ ਵੀ ਐਵੇਂ ਹੀ ਹੈ। ਜਦੋਂ ਡਿਮਾਂਡ ਵੱਧ ਜਾਂਦੀ ਹੈ ਤਾਂ ਕਾਫੀ ਮੁਨਾਫਾ ਦੇ ਜਾਂਦੀ ਹੈ। ਤਾਂ ਇਹ ਤਾਂ ਕਿਸਾਨ ਨੂੰ ਅਗਰ ਖੇਤੀ ਕਰਨੀ ਹੈ ਤਾਂ ਉਹਨੂੰ ਇਹ ਚੀਜ਼ਾਂ ਸੋਚ ਕੇ ਚੱਲਣੀਆਂ ਪੈਣਗੀਆਂ ਵੀ ਨੇਚਰ ਨਾਲ ਅਸੀਂ ਫਾਈਟ ਵੀ ਕਰਨੀ ਹੈ, ਨੇਚਰ ਦਾ ਲੁਤਫ ਵੀ ਲੈਣਾ, ਨੇਚਰ ਨੂੰ ਪਿਆਰ ਵੀ ਕਰਨਾ। ਤਾਂ ਇਹ ਮੁਨਾਫੇ ਘਾਟੇ ਚੱਲਦੇ ਰਹਿੰਦੇ ਨੇ। ਤਾਂ ਬਾਕੀ ਇਹ ਹੈ ਵੀ ਦਲੇਰੀ ਨਾਲ ਲੱਗੇ ਰਹਿਣਾ ਚਾਹੀਦਾ ਹੈ। ਪ੍ਰੋਫਿਟੇਬਲ ਸੌਦੇ ਨੇ ਖੇਤੀ ਵੀ, ਅਗਰ ਕਹਿੰਦੇ ਨੇ ਘਾਟੇ ਦਾ ਸੌਦਾ ਆ
ਤਾਂ ਇਹ ਭੁੱਲ ਜਾਣਾ ਚਾਹੀਦਾ ਉਹਨਾਂ ਨੂੰ ਕਿ ਜੇ ਤੁਹਾਨੂੰ ਕਣਕ ਝੋਨੇ 'ਚ ਘਾਟਾ ਪੈ ਰਿਹਾ ਆ ਤਾਂ ਤੁਸੀਂ ਹੋਰ ਵੀ ਫਸਲਾਂ ਉਗਾ ਸਕਦੇ ਹੋ। ਬੜੇ ਵਿਕਲਪ ਨੇ ਜੀ। ਜੀ ਖੇਤੀ ਦੇ ਨਾਲ ਨਾਲ ਤੁਹਾਨੂੰ ਸਹਾਇਕ ਧੰਦੇ ਵੀ ਅਪਣਾਉਣੇ ਚਾਹੀਦੇ ਨੇ। ਜਿਵੇਂ ਮੈਂ ਆਪਣਾ ਸਫ਼ਰ ਡੇਅਰੀ ਔਰ ਬੀ ਕੀਪਿੰਗ ਤੋਂ ਸ਼ੁਰੂ ਕੀਤਾ ਸੀ। ਬੜੇ ਧੰਦੇ ਦੇ ਨਾਲ ਤੁਸੀਂ ਮੱਖੀ ਪਾਲਣ ਕਰ ਸਕਦੇ ਹੋ, ਤੁਸੀਂ ਫਿਸ਼ਰੀ ਕਰ ਸਕਦੇ ਹੋ, ਤੁਸੀਂ ਪਿਗਰੀ ਕਰ ਸਕਦੇ ਹੋ। ਨਾਲ ਸਹਾਇਕ ਧੰਦੇ ਤਾਂ ਤੁਹਾਨੂੰ ਅੱਜ ਦੀ ਤਰੀਕ ਰੱਖਣੇ ਹੀ ਪੈਣਗੇ। ਜਾਮਨ ਵੀ ਤੁਹਾਡੇ ਕਾਫੀ ਲੱਗੇ ਹੋਏ ਨੇ ਇੱਥੇ। ਜਾਮਨ ਤਾਂ ਬੜੀ ਪੁਰਾਣੀ ਹੋ ਗਈ ਹੈ ਖੈਰ ਸਾਡੀ ਜਾਮਨ, ਤਾਂ ਅਸੀਂ ਸਾਰੇ ਫਲਦਾਰ ਬੂਟੇ ਇੱਥੇ ਲਾਏ ਹੋਏ ਨੇ। ਛਾਂ ਦਾ ਅਸੀਂ ਬੜਾ ਵਧੀਆ ਪ੍ਰੋਗਰਾਮ ਬਣਾਇਆ ਹੋਇਆ ਜੀ। ਜੀ ਜੀ ਤਾਂ ਇੱਦਾਂ ਹੈ ਜੀ, ਨੇਚਰ ਨੂੰ ਅਸੀਂ ਵੀ ਪਿਆਰ ਕਰਦੇ ਹਾਂ ਜੀ। ਨੇਚਰ ਨਾਲ ਬੜਾ ਖਿਲਵਾੜ ਹੋਇਆ ਹੈ। ਅਸੀਂ ਲੋਕਾਂ ਨੂੰ ਸਲਾਹ ਵੀ ਦਿੰਦੇ ਹਾਂ। ਅਸੀਂ ਇਸ ਜਾਮਨ ਦੇ ਔਰ ਨਿੰਮ ਦੇ ਫ੍ਰੀ ਆਫ ਕੋਸਟ ਅਸੀਂ ਪੌਦੇ ਤਿਆਰ ਕਰਕੇ ਫ੍ਰੀ ਆਫ ਕੋਸਟ ਜ਼ਿਮੀਂਦਾਰਾਂ ਨੂੰ ਦਿੰਦੇ ਵੀ ਹਾਂ। ਓਕੇ, ਮਤਲਬ ਕਿ ਆਪਣੇ ਖੇਤਾਂ ਦੇ ਵਿੱਚ ਲਾਉਣ ਦੇ ਲਈ। ਆਪਣੇ ਖੇਤਾਂ 'ਚ ਲਾਓ ਤੁਸੀਂ, ਇਹ ਹਰਿਆਲੀ ਵਧਾਓ ਤੁਸੀਂ। ਘੱਟੋ ਘੱਟ ਇੱਕ ਪੇੜ ਤਾਂ ਆਪਣੇ ਖੇਤ 'ਚ ਲਾਓ ਤੁਸੀਂ। ਸਾਡੇ ਕੋਲ ਫ੍ਰੀ ਆਫ ਕੋਸਟ ਇਹ ਚੀਜ਼ਾਂ ਕਿਸਾਨ ਅਗਰ ਚਾਹੇ ਤਾਂ ਲਿਜਾ ਸਕਦਾ ਹੈ ਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਹਰਬੀਰ ਸਿੰਘ ਜੀ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਕਸਰ ਅਸੀਂ ਦੇਖੀਏ ਤਾਂ ਕਿਸਾਨ ਜਿਹੜੇ ਕਿ ਉਹ ਆਪਣੀ ਖੇਤੀ ਤੱਕ ਹੀ ਸੀਮਤ ਰਹਿ ਜਾਂਦੇ ਨੇ, ਉਹ ਵੱਖਰਾ ਕਰਨ ਬਾਰੇ ਕੁਝ ਵੀ ਨਹੀਂ ਸੋਚਦੇ ਹੈਗੇ। ਪਰ ਹਰਬੀਰ ਸਿੰਘ ਜੀ ਨੇ ਕਹਿ ਸਕਦੇ ਹਾਂ ਬੜੀ ਹਿੰਮਤ ਜੁਟਾਈ ਆ, ਤੇ ਅੱਜ ਜਿੱਥੇ ਨੈਸ਼ਨਲ ਅਵਾਰਡ ਵੀ ਜਿੱਤੇ ਉੱਥੇ ਹੀ ਆਪਣੀ ਖੇਤੀ ਦੇ ਨਾਲ ਨਾਲ ਨਰਸਰੀ ਦਾ ਕੰਮ ਵੀ ਕਰਦੇ ਨੇ। ਨਹੀਂ ਤਾਂ ਅਕਸਰ ਤੁਸੀਂ ਦੇਖ ਸਕਦੇ ਹੋ ਕਿ ਨਰਸਰੀਆਂ ਕਦੇ ਵੀ ਸਰਦਾਰ ਜਾਂ ਕਿਸਾਨ ਨਹੀਂ ਕਰਦੇ ਦੇਖੇ। ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਅਦਰ ਸਟੇਟਾਂ ਤੋਂ ਆ ਕੇ ਜਿਹੜੀਆਂ ਨਰਸਰੀਆਂ ਉਹ ਲਗਾਉਂਦੇ ਨੇ ਤੇ ਪੌਦੇ ਆ ਜਿਹੜੇ ਉਹ ਵੇਚਦੇ ਨੇ। ਪਰ ਆਰਗੈਨਿਕ ਤਰੀਕੇ ਦੇ ਨਾਲ ਇਹਨਾਂ ਕੋਲ ਪੌਦ ਵੀ ਆ, ਫਸਲਾਂ ਵੀ ਬੀਜਦੇ ਨੇ, ਤੇ ਨਾਲ ਸਬਜ਼ੀਆਂ ਦੇ ਰਿਕਾਰਡ ਤੌਰ ਕਹਿ ਸਕਦੇ ਹਾਂ ਬੂਟੇ ਆ ਜਿਹੜੇ ਉਹ ਵੰਡਦੇ ਨੇ, ਤੇ ਨਾਲ ਉਹਨਾਂ ਦੇ ਸੈਮੀਨਾਰ ਵੀ ਦਿੰਦੇ ਨੇ। ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ। ਇਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।